ਮੈਂ ਰਿਟਾਇਰ ਹੋਇਆ ਸੀ 2009 ਦੇ ਵਿੱਚ ਤੇ ਕਰੀਬ 12 ਸਾਲ ਦਾ ਗੈਪ ਵਿੱਚ ਆਇਆ ਜਿਹਦੇ ਵਿੱਚ ਮੈਂ ਇੱਕ ਪ੍ਰਾਈਵੇਟ ਲਾਈਫ ਰਿਟਾਇਰਡ ਲਾਈਫ ਲੀਡ ਕਰ ਰਿਹਾ ਸੀ। ਜਦੋਂ ਆ ਪਿੱਛੇ ਕਿਸਾਨਾਂ ਦੀ ਐਜੀਟੇਸ਼ਨ ਸ਼ੁਰੂ ਹੋਈ ਉਸ ਮਸਲੇ ਦੇ ਵਿੱਚ ਮੈਂ ਜ਼ਰੂਰ ਇੰਟਰਸਟ ਲਿਆ ਔਰ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ अपनी आवाज़ चुकने की कोशिश भी की थी। चलो ठीक है, मैं आता हूँ आपके साथ, मगर मैं इलेक्टोरल पॉलिटिक्स इलेक्शन में खड़ा नहीं होऊंगा। हाँ, आपके साथ चलूँगा, आपकी हर तरह की जिस तरह की आप मेरी ड्यूटी लगाओगे या जो रोल मुझे दोगे मैं वो अदा करूँगा और आपकी पार्टी के लिए काम करूँगा सच्चे दिल से। अगर मैं पार्टी के लिए काम करांगा, पार्टी के कैंडीडेट्स की मदद करांगा, जिथे जिथे जो मेरे को पॉसिबल होएगा मैं बीजेपी ਨੂੰ ਜਿਤਾਉਣ ਲਈ ਪੂਰਾ ਢਿੱਲ ਲਾਵਾਂਗਾ। ਵੱਖਰੇ ਪੰਜਾਬ ਦੇ ਇਲਾਕਿਆਂ 'ਚ ਜਾ ਕੇ ਤੇ ਮੈਂ ਆਪਣਾ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਮਦਦ ਕਰ ਸਕਾਂ। ਤੁਸੀਂ ਕਿਹਾ ਇਲੈਕਟਰਲ ਪੋਲਿਟਿਕਸ ਨਹੀਂ, ਇਸ ਦਾ ਕੀ ਰੀਜ਼ਨ ਹੈ? ਕਿਉਂ ਨਹੀਂ ਇਲੈਕਟਰਲ ਪੋਲਿਟਿਕਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ? ਜਿਹੜਾ ਯੰਗ ਬਲੱਡ ਹੈ ਨਾ, ਉਹਨਾਂ ਨੂੰ ਮੌਕਾ ਦਿਓ ਪੰਜਾਬ ਨੂੰ ਰਨ ਕਰਨ ਦਾ, ਔਰ ਤਾਂ ਕਿ ਉਹ ਪੰਜਾਬ ਜਿਹੜਾ ਫਿਊਚਰ ਦਾ ਪੰਜਾਬ ਅਸੀਂ ਸੋਚ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਪੰਜਾਬ ਦੇ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਹੈ। ਸਿਆਸੀ ਅਖਾੜਾ ਭਖਿਆ ਹੋਇਆ ਔਰ ਇਸੀ ਸਿਆਸੀ ਅਖਾੜੇ ਦੇ ਵਿੱਚ ਇਸ ਵੇਲੇ ਹਰ ਕੋਈ ਪਾਰਟੀ ਜਿਹੜੀ ਹੈ ਵੱਖ-ਵੱਖ ਮਸਲਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਦੀ ਨਜ਼ਰ ਆ ਰਹੀ ਹੈ। ਲੇਕਿਨ ਇਸ ਵਾਰ ਦੇ ਮਾਹੌਲ ਦੇ ਵਿੱਚ ਕਈ ਐਸੀ ਸ਼ਖਸੀਅਤਾਂ ਵੀ ਨੇ ਜਿਹੜੀਆਂ ਰਾਜਨੀਤੀ ਦਾ ਹਿੱਸਾ ਬਣਦੀਆਂ ਨਜ਼ਰ ਆ ਰਹੀਆਂ। ਔਰ ਅੱਜ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਤਾਰੂਫ ਕਰਾਉਣ ਜਾ ਰਹੇ ਹਾਂ ਜਿਹੜੇ ਪੁਲਿਸ ਸੇਵਾ ਪੂਰੀ ਕਰਨ ਤੋਂ ਬਾਅਦ ਹੁਣ ਸਿਆਸੀ ਅਖਾੜੇ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ, ਰਾਜਨੀਤੀ ਦਾ ਹਿੱਸਾ ਬਣ ਚੁੱਕੇ ਨੇ। ਜੀ ਬਿਲਕੁਲ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਡੀਜੀਪੀ SS ਵਿਰਕ ਸਾਹਿਬ ਦੀ, ਜਿਹੜੇ ਹੁਣ ਰਾਜਨੀਤੀ ਅਖਾੜੇ ਦਾ ਹਿੱਸਾ ਬਣ ਚੁੱਕੇ ਨੇ। ਰਾਜਨੀਤੀ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਇਹਨਾਂ ਦੀ, ਬੀਜੇਪੀ ਦਾ ਦਾਮਨ ਥਾਮ ਚੁੱਕੇ ਨੇ। ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਸਰ ਵੈਲਕਮ ਹੈ ਤੁਹਾਡਾ ਦੈਨਿਕ ਸਵੇਰਾ ਨਿਊਜ਼ ਦੇ ਵਿੱਚ। ਥੈਂਕ ਯੂ ਜੀ, ਤੁਹਾਡੇ ਦਰਸ਼ਕਾਂ ਨੂੰ ਮੇਰੀਆਂ ਸ਼ੁਭ ਇੱਛਾਵਾਂ। ਸਰ, ਰਾਜਨੀਤੀ ਪਹਿਲਾਂ ਪੁਲਿਸ ਸੇਵਾ, ਇੰਨੇ ਸਾਲ ਪੁਲਿਸ ਸੇਵਾ ਦੇ ਵਿੱਚ ਰਹੇ, ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਰੱਖਿਆ, ਅੱਤਵਾਦ ਦਾ ਦੌਰ ਵੇਖਿਆ ਔਰ ਹੁਣ ਸਿੱਧਾ ਰਾਜਨੀਤੀ ਦੇ ਵਿੱਚ ਐਂਟਰੀ। ਰੀਜ਼ਨ ਕੀ ਹੈ ਇਸ ਦਾ? ਨਹੀਂ ਦੇਖੋ, ਕੋਈ ਸਿੱਧੀ ਐਂਟਰੀ ਨਹੀਂ ਹੈ। ਮੈਂ ਰਿਟਾਇਰ ਹੋਇਆ ਸੀ 2009 ਦੇ ਵਿੱਚ ਤੇ ਕਰੀਬ 12 ਸਾਲ ਦਾ ਗੈਪ ਵਿੱਚ ਆਇਆ ਜਿਹਦੇ ਵਿੱਚ ਮੈਂ ਇੱਕ ਪ੍ਰਾਈਵੇਟ ਲਾਈਫ ਰਿਟਾਇਰਡ ਲਾਈਫ ਲੀਡ ਕਰ ਰਿਹਾ ਸੀ ਔਰ ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜਾਂ ਰਾਜਨੀਤੀ ਦੇ ਨਾਲ ਡਾਇਰੈਕਟ ਸੰਬੰਧ ਨਹੀਂ ਰਿਹਾ। ਜਦੋਂ ਆ ਪਿੱਛੇ ਕਿਸਾਨਾਂ ਦੀ ਐਜੀਟੇਸ਼ਨ ਸ਼ੁਰੂ ਹੋਈ ਉਸ ਮਸਲੇ ਦੇ ਵਿੱਚ ਮੈਂ ਜ਼ਰੂਰ ਇੰਟਰਸਟ ਲਿਆ ਔਰ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਵੀ ਕੀਤੀ। ਉਹਦੇ ਵਿੱਚ ਕੁਝ ਮੇਰੇ ਸੱਜਣ ਮਿੱਤਰ ਸਨ ਵੱਖਰੀਆਂ ਪਾਰਟੀਆਂ ਦੇ ਵਿੱਚ, ਜਿਨ੍ਹਾਂ ਦੇ ਨੂੰ ਆਪਾਂ ਥਿੰਕ ਟੈਂਕਸ ਕਹਿ ਸਕਦੇ ਹਾਂ, ਵੱਖਰੇ ਗਰੁੱਪਸ ਦੇ, ਉਹਨਾਂ ਨਾਲ ਚਰਚਾਵਾਂ ਹੋਈਆਂ ਕਿ ਕਿਸ ਤਰ੍ਹਾਂ ਅਸੀਂ ਇਹ ਪ੍ਰੋਬਲਮ ਨੂੰ ਖ਼ਤਮ ਕਰ ਸਕਦੇ ਹਾਂ। ਅੱਛਾ, ਇਹ ਕੰਮ ਸੌਖਾ ਨਹੀਂ ਸੀ, ਪਰ ਇੱਕ ਚੀਜ਼ ਜਿਹੜੀ ਬੜੀ ਅੱਛੀ ਸੀ, ਇੱਕ ਬਹੁਤ ਵਿਸ਼ਾਲ ਐਜੀਟੇਸ਼ਨ, ਵਾਈਡ ਸਪਰੈਡ ਐਜੀਟੇਸ਼ਨ ਹੁੰਦਿਆਂ ਹੋਇਆਂ ਵੀ ਇਹ ਇੱਕ ਬੜੀ ਨਾਨ ਵਾਇਲੈਂਟ ਔਰ ਅਹਿੰਸਾ ਦੇ ਉੱਤੇ ਚੱਲਣ ਵਾਲੀ ਐਜੀਟੇਸ਼ਨ ਰਹੀ। ਉਸੇ ਤਰ੍ਹਾਂ ਸਰਕਾਰ ਦਾ ਵੀ ਜਿਹੜਾ ਮੈਂ ਰੋਲ ਦੇਖਿਆ ਉਹ ਬਹੁਤ ਅੱਛਾ ਰੋਲ ਸੀ, ਪੋਜ਼ੀਟਿਵ ਰੋਲ ਸੀ ਤੇ ਸਰਕਾਰ ਨੇ ਆਪਣੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਉਹਦੇ ਅੰਦਰ ਕੋਈ ਉਹਨੂੰ ਹਿੰਸਕ ਵਲਣ ਜਿਹੜਾ ਹੈਗਾ ਉਹ ਨਾ ਮਿਲੇ। ਤੁਸੀਂ ਉਹਦੇ ਛੋਟੀਆਂ ਮੋਟੀਆਂ ਪ੍ਰੋਬਲਮਸ ਆਈਆਂ ਇੱਕ ਵਾਰੀ, ਜਿਵੇਂ ਬੱਚੇ ਮੁੰਡੇ ਯੰਗ ਬਲੱਡ ਲਾਲ ਕਿਲੇ ਵੱਲ ਤੁਰ ਪਿਆ ਜਾਂ ਉਹ ਮੰਤਰੀ ਦੇ ਮੁੰਡੇ ਨੇ ਗੱਡੀ ਚੜ੍ਹਾਤੀ। ਉਹ ਛੋਟੀਆਂ ਹਿਕਅਪਸ ਜ਼ਰੂਰ ਰਹੀਆਂ, ਪਰ ਓਵਰਆਲ ਜਿਹੜਾ ਤੁਸੀਂ ਦੇਖੋਗੇ ਦੋਨੋਂ ਸਾਈਡਾਂ ਦਾ ਜਿਹੜਾ ਰੋਲ ਸੀ ਉਹ ਬੜਾ ਪੋਜ਼ੀਟਿਵ ਤੇ ਮੈਚਿਓਰ ਸੀ। ਅੱਛਾ, ਉਹਦੇ ਵਿੱਚ ਗੱਲ ਕਰਦਿਆਂ ਹੋਇਆਂ ਉਹਨਾਂ ਨਾਲ ਬੜੇ ਇਸ਼ੂ ਨਿਕਲੇ ਪੰਜਾਬ ਬਾਰੇ। ਅੱਛਾ, ਪੰਜਾਬ ਬਾਰੇ ਤੁਸੀਂ ਜਾ ਕੇ ਦੇਖੋਗੇ ਕੇਂਦਰ 'ਚ ਬੜੀਆਂ ਗਲਤਫਹਿਮੀਆਂ ਨੇ। ਪੰਜਾਬ ਨੂੰ ਉਹ ਇੱਕ ਬਹੁਤ ਅਮੀਰ ਸਟੇਟ ਸਮਝਦੇ ਆ। ਅੱਛਾ, ਔਰ ਬੜੀ ਖੁਸ਼ਹਾਲ ਸਟੇਟ। ਖੁਸ਼ਹਾਲ ਕਿਉਂ? ਇੱਥੋਂ ਦੇ ਲੋਕ ਖੁਸ਼ ਨਜ਼ਰ ਆਉਂਦੇ ਆ। ਅੱਛਾ, ਮੈਂ ਉਹਨਾਂ ਨੂੰ ਦੱਸਿਆ ਜੀ ਕਿ ਇਹ ਖੁਸ਼ ਨਜ਼ਰ ਆਉਂਦੇ ਕਿਉਂਕਿ ਇਹਨਾਂ ਨੂੰ ਅਫਸੋਸ 'ਚ ਰਹਿਣਾ ਆਉਂਦਾ ਨਹੀਂ। ਇਹ ਜੇ ਪ੍ਰੋਬਲਮਸ ਵੀ ਹੋਣਗੇ
ਤਦ ਵੀ ਇਹਨਾਂ ਦੇ ਚਿਹਰੇ ਦੀ ਮੁਸਕਰਾਹਟ ਨਹੀਂ ਜਾਂਦੀ। ਇਹ ਕਰਜ਼ੇ 'ਚ ਵਿੰਨੇ ਹੋਣਗੇ, ਇਹ ਤਦ ਵੀ ਅਥਰੂ ਨਹੀਂ ਬਹਾਉਣਗੇ, ਇਹ ਫਿਰ ਵੀ ਆਪਣੀ ਇੱਜ਼ਤ ਨੂੰ ਮੇਨਟੇਨ ਕਰਦੇ ਹੋਏ ਚੱਲਦੇ ਨੇ। ਤੇ ਇਹ ਪੰਜਾਬ ਦਾ ਇੱਕ ਕੈਰੈਕਟਰ ਹੈ ਤੇ ਇਹਨੂੰ ਸਮਝੋ। ਪੰਜਾਬ ਦਾ ਜਿਹੜਾ ਇੱਕ ਛੋਟਾ ਕਿਸਾਨ ਹੈ, ਉਹ ਕਰਜ਼ੇ 'ਚ ਵਿੰਨਿਆ ਹੋਇਆ ਹੈ, ਉਹਦੀ ਮਾਲੀ ਹਾਲਤ ਬਹੁਤ ਮਾੜੀ ਹੈ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਔਰ ਸਾਰੇ ਅਸੀਂ ਯੂਨੀਫਾਰਮ ਕਾਨੂੰਨ ਬਣਾ ਕੇ ਸਾਰਿਆਂ ਨੂੰ ਇੱਕੋ ਉਹਦੇ ਨਾਲ ਨਾ ਟਰੀਟ ਕਰੀਏ, ਇੱਕੋ ਯਾਰਡਸਟਿਕ ਨਾਲ। ਸਾਨੂੰ ਸਮਝਣ ਦੀ ਲੋੜ ਹੈ ਵੀ ਉਹਨਾਂ ਦੀ ਪ੍ਰੋਬਲਮ ਸਮਝੀਏ, ਉਹਨਾਂ ਦੀਆਂ ਲੋੜਾਂ ਸਮਝੀਏ, ਫਿਰ ਉਹਨਾਂ ਦੇ ਹੱਲ ਲੱਭੀਏ। ਅੱਛਾ, ਇਸ ਚੀਜ਼ ਦੇ ਵਿੱਚ ਕਈ ਵਾਰੀ ਡਿਸਕਸ਼ਨ ਹੋਈਆਂ। ਅੱਛਾ, ਔਰ ਉਹਨਾਂ ਨੇ ਜਿਹੜੇ ਉਹਨਾਂ ਦੇ ਬੰਦੇ ਥਿੰਕ ਟੈਂਕ ਸਨ, ਬੜੇ ਅੱਛੇ, ਉਹਨਾਂ ਦੀ ਭੂਮਿਕਾ ਬੜੀ ਅੱਛੀ ਸੀ, ਉਹਨਾਂ ਨੇ ਬੜਾ ਅੱਛਾ ਰੋਲ ਅਦਾ ਕੀਤਾ। ਸਵਾਲ ਪੁੱਛੇ, ਸਮਝੇ ਸਾਡੇ ਜਵਾਬ, ਤੇ ਉਹਦੇ 'ਚ ਹੋਰ ਵੀ ਚੀਜ਼ਾਂ ਚੱਲੀਆਂ ਵੀ ਪੰਜਾਬ ਦੀਆਂ ਹੋਰ ਕੀ ਪ੍ਰੋਬਲਮਸ ਨੇ। ਅੱਛਾ, ਉਹ ਜਦੋਂ ਫਿਰ ਸਾਡੇ ਵਰਗਾ ਜਦੋਂ ਪੰਜਾਬ ਲਈ ਬੋਲਣ ਬੈਠਦਾ, ਤੇ ਅਸੀਂ ਪੰਜਾਬ ਦੇ ਸਾਰੇ ਜਿਹੜੇ ਮੁਸ਼ਕਿਲਾਂ ਤੇ ਦੁੱਖ ਸੀ ਉਹ ਫਰੋਲ ਦਿੱਤੇ ਉਹਨਾਂ ਸਾਹਮਣੇ ਕਿ ਦੇਖੋ ਆਹ ਹੈਗਾ, ਅਸਲੀਅਤ ਆਹ ਹੈ। ਤੇ ਤੁਹਾਨੂੰ ਲੱਗਦਾ ਕਿ ਪੰਜਾਬ ਬਹੁਤ ਖੁਸ਼ਹਾਲ ਹੈ, ਨਹੀਂ, ਪੰਜਾਬ ਦੀ ਹਾਲਤ ਮਾੜੀ ਹੈ। ਤੇ ਮੈਂ ਉਹਨਾਂ ਨੂੰ ਕਦੇ ਕਦੇ ਉਹ ਇੱਕ ਸ਼ੇਰ ਵੀ ਬੋਲ ਕੇ ਸੁਣਾਉਂਦਾ ਹੁੰਦਾ ਸੀ ਵੀ ਰਾਤ ਨੂੰ ਜਦ ਹਨੇਰੀ ਰੁਕੀ, ਕੀ ਡਿੱਠੇ ਖਾਬ, ਦੇਰ ਤਾਈਂ ਰੋਂਦੇ ਰਹੇ ਮੈਂ ਤੇ ਮੇਰਾ ਪੰਜਾਬ। ਤੇ ਮੈਂ ਕਿਹਾ ਜੀ ਵੀ ਪੰਜਾਬ ਇੱਕ ਲਹੂ ਲੁਹਾਨ ਹੋਈ ਇਕੋਨਮੀ ਹੈ, ਇੱਥੋਂ ਦੇ ਹਾਲਾਤ ਮਾੜੇ ਨੇ, ਇਹਨੂੰ ਸਮਝੋ। ਇਹ ਸੋਚ ਕੇ ਵੀ ਇਹ ਹੱਸਦੇ ਪਏ ਨੇ ਤੇ ਇਹ ਬੜੇ ਖੁਸ਼ ਨੇ ਤੇ ਖੁਸ਼ਹਾਲ ਨੇ, ਨਹੀਂ। ਇਹਨਾਂ ਦੀ ਸਾਈਕੋਲੋਜੀਕਲੀ ਇਹਨਾਂ ਨੂੰ ਐਡਵਰਸ ਸਿਚੁਏਸ਼ਨ 'ਚ ਜਿਉਣਾ ਆਉਂਦਾ ਹੈ। ਯਾਨੀ ਸਿੱਧੇ ਤੌਰ ਤੇ ਕਹੀਏ ਕਿ ਹਿੰਮਤੀ ਕੌਮ ਹੈ, ਹਾਲਾਤ ਕਿਹੋ ਜਿਹੇ ਵੀ ਹੋਣ ਲੇਕਿਨ ਖੁਸ਼ ਰਹਿੰਦੀ ਹੈ। ਇਹਨਾਂ ਨੇ ਬੜੀਆਂ ਮੁਸ਼ਕਿਲਾਂ ਜਰੀਆਂ। ਦੇਖੋ, ਤੁਸੀਂ ਪਿਛਲੇ 500 ਸਾਲ ਦਾ ਇਤਿਹਾਸ ਕੱਢ ਲਓ, ਵੀ ਕੋਈ ਵੀ ਜਨਰੇਸ਼ਨ ਇਹੋ ਜਿਹੀ ਹੈ ਨਹੀਂ ਜਿਹਨੇ ਨਾਰਥ ਵੈਸਟ ਫਰੰਟੀਅਰ ਵੱਲੋਂ ਆਉਂਦੀ ਹੋਈ ਆਰਮੀ ਜਾਂ ਦਿੱਲੀੋਂ ਲੁੱਟ ਕੇ ਵਾਪਸ ਜਾਂਦੀ ਹੋਈ ਆਰਮੀ ਨਹੀਂ ਦੇਖੀ। ਉਹ ਇਹਨਾਂ ਨੂੰ ਇੱਕ ਜ਼ੁਲਮ ਸਹਿਣ ਦੀ ਆਦਤ ਪਈ ਹੋਈ ਹੈ, ਜਰਨ ਦੀ ਆਦਤ ਪਈ ਹੋਈ ਹੈ, ਔਰ ਆਪਣੇ ਹਾਲਾਤ ਨਾਲ ਲੜਨ ਦੀ ਆਦਤ ਪਈ ਹੋਈ ਹੈ। ਸੋ ਇਹਨਾਂ ਦਾ ਇਤਿਹਾਸ ਹੈ। ਤੇ ਮਤਲਬ ਇਹ ਬੜੀਆਂ ਗੱਲਾਂ ਹੋਈਆਂ। ਅਖੀਰ ਉਹਦੇ ਅੰਦਰ 17 ਤਰੀਕ ਨੂੰ ਗਲਿਆਰਾ ਖੋਲ੍ਹਣ ਦੀ ਗੱਲ ਹੋ ਗਈ, ਆਰਡਰ ਹੋ ਗਿਆ। ਅੱਛਾ, ਜਿਹੜੀ ਕਿ ਅਸੀਂ ਵਿੱਚ ਮੰਗ ਕਰਦੇ ਪਏ ਸੀ, ਉਹਦੇ ਨਾਲ ਹੀ ਉਸੇ ਦਿਨ 19 ਤਰੀਕ ਨੂੰ ਜਿੱਦਣ ਗੁਰਪੁਰਬ ਸੀ, ਉਸ ਦਿਨ ਪ੍ਰਾਈਮ ਮਿਨਿਸਟਰ ਸਾਹਿਬ ਨੇ ਅਨਾਊਂਸ ਕਰ ਦਿੱਤਾ ਵੀ ਅਸੀਂ ਇਹ ਵਾਪਸ ਲੈ ਰਹੇ ਹਾਂ। ਮੇਰੇ ਖਿਆਲ ਦੇ ਵਿੱਚ ਇਹਦੇ ਨਾਲੋਂ ਵੱਧ ਸਿਆਣਾ ਔਰ ਮੈਚਿਓਰ ਡਿਸੀਜ਼ਨ ਮੈਂ ਨਹੀਂ ਦੇਖਿਆ। ਇਹ ਇੰਨੀ ਜਿਹੜੀ ਮੁਸ਼ਕਲ 1 ਸਾਲ ਤੋਂ ਚੱਲ ਰਹੀ ਸੀ, ਉਹ ਸਾਰੀ ਪ੍ਰੋਬਲਮ 5 ਮਿੰਟਾਂ 'ਚ ਹੱਲ ਕਰਕੇ ਉਹਨਾਂ ਨੇ ਦੇ ਦਿੱਤੀ। ਔਰ ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਜੀ ਦਾ ਇੱਕ ਹੋਰ ਜਿਹੜੀ ਉੱਥੇ ਚੀਜ਼ ਦੇਖਣ 'ਚ ਆਈ, ਉਹ ਹੈ ਸੀ ਖੁੱਲ੍ਹੇ ਦਿਲ ਨਾਲ ਮਾਫੀ ਮੰਗਣਾ। ਸਾਡੇ ਮੁਲਕ ਦੇ ਵਿੱਚ ਕੋਈ ਵੀ ਵੱਡਾ ਬੰਦਾ, ਪ੍ਰਧਾਨ ਮੰਤਰੀ ਛੱਡ ਦਿਓ, ਜਿਹੜਾ ਈਵਨ ਕੋਈ ਵੱਡਾ ਹੈਸੀਅਤ ਵਾਲਾ ਹੈ, ਉਹ ਆਪਣੀ ਗਲਤੀ ਮੰਨਦਾ ਨਹੀਂ। ਇੱਥੇ ਉਹਨਾਂ ਨੇ ਨਾ ਸਿਰਫ ਗਲਤੀ ਮੰਨੀ, ਬਲਕਿ ਉਹਨਾਂ ਨੇ ਇਹ ਵੀ ਕਿਹਾ ਵੀ ਹਮ ਕਿਸਾਨੋਂ ਸੇ क्षमा याचना करते हैं। ਨਾਓ ਇਟ ਵਾਜ਼ ਰਿਮਾਰਕੇਬਲ। ਮਤਲਬ ਮੇਰਾ ਉਸ ਚੀਜ਼ ਨਾਲ ਬੜਾ ਆਈ ਵਾਜ਼ ਇੰਪਰੈਸਡ। ਤੇ ਉਹ ਪ੍ਰੋਬਲਮ ਜਿਹੜੀ ਸਾਲ ਤੋਂ ਚੱਲ ਰਹੀ ਸੀ, ਉਹ ਕੁਝ ਘੰਟਿਆਂ ਦੇ ਵਿੱਚ ਹੀ ਹੱਲ ਹੋ ਗਈ। अच्छा, वो जो मेरे दोस्त यार सन वो मैंने कहने लगे कि उन्होंने कहा था कि अगर ये मसला हल हो जाएगा तो आप हमारे साथ आ जाओगे बीजेपी में। मैं क्या भी सी, तो मैं क्या भी ठीक है, मैं आता हूँ आपके साथ, मगर मैं इलेक्टोरल पॉलिटिक्स इलेक्शन में खड़ा नहीं होऊंगा। हाँ, आपके साथ चलूँगा, आपकी हर तरह की, जिस तरह की आप मेरी ड्यूटी लगाओगे या जो रोल मुझे दोगे मैं वो अदा करूँगा और आपकी पार्टी के लिए काम करूँगा सच्चे दिल से। और उस तो बाद 3 ਦਸੰਬਰ ਨੂੰ मैं ज्वाइन कर लिया। तो ਹੁਣ ਉਸੇ ਮਾਹੌਲ ਦੇ ਵਿੱਚ ਅੱਗੇ ਵਧ ਰਹੇ ਹਾਂ। ਸੋ ਮੇਰਾ ਖਿਆਲ ਹੈ ਠੀਕ ਚੱਲੇਗਾ ਸਾਰਾ। ਅੱਗੇ ਦਾ ਕੀ ਸੋਚਿਆ ਵਿਰਕ ਸਾਹਿਬ, ਅੱਗੇ ਦਾ ਕੀ ਸੋਚਿਆ? ਕਿ ਮੈਂ ਇਲੈਕਟੋਰਲ ਪੋਲਿਟਿਕਸ 'ਚ ਇੰਟਰਸਟਿਡ ਨਹੀਂ ਹਾਂ, ਮਗਰ ਮੈਂ ਪਾਰਟੀ ਲਈ ਕੰਮ ਕਰਾਂਗਾ, ਪਾਰਟੀ ਦੇ ਕੈਂਡੀਡੇਟਸ ਦੀ ਮਦਦ ਕਰਾਂਗਾ। ਜਿੱਥੇ ਜਿੱਥੇ ਜੋ ਮੇਰੇ ਕੋਲੋਂ ਪੋਸੀਬਲ ਹੋਏਗਾ, ਮੈਂ ਬੀਜੇਪੀ ਨੂੰ ਜਿਤਾਉਣ ਲਈ ਪੂਰਾ ਢਿੱਲ ਲਾਵਾਂਗਾ। ਔਰ ਉਹਦੇ ਲਈ ਮੈਂ ਵੱਖਰੇ ਪੰਜਾਬ ਦੇ ਇਲਾਕਿਆਂ 'ਚ ਜਾ ਕੇ ਤੇ ਮੈਂ ਆਪਣਾ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਮਦਦ ਕਰ ਸਕਾਂ।
ਤੁਸੀਂ ਕਿਹਾ ਇਲੈਕਟਰਲ ਪੋਲਿਟਿਕਸ ਨਹੀਂ, ਇਸ ਦਾ ਕੀ ਰੀਜ਼ਨ ਹੈ? ਕਿਉਂ ਨਹੀਂ ਇਲੈਕਟਰਲ ਪੋਲਿਟਿਕਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ? ਨਾ, ਮੇਰੇ ਖਿਆਲ ਦੇ ਵਿੱਚ ਤੁਸੀਂ ਹਰ ਚੀਜ਼ ਦੀ ਇੱਕ ਸਟੇਜ ਹੁੰਦੀ ਹੈ ਵੀ ਜਦੋਂ ਹੁਣ ਮਤਲਬ ਆਈ ਐਮ ਆਲਰੇਡੀ ਅਬਵ 70। ਅੱਛਾ, ਉਹਦੇ ਅੰਦਰ ਜਾ ਕੇ ਤੁਸੀਂ ਹੁਣ ਜੇ ਮੈਨੂੰ 10-12 ਸਾਲ ਪਹਿਲਾਂ ਕਿਹਾ ਹੁੰਦਾ ਮੈਂ ਸੋਚ ਸਕਦਾ ਸੀ। ਤੇ ਹੁਣ ਜਦੋਂ ਤੁਸੀਂ ਇੱਕ ਮੈਚੋਰ ਏਜ ਦੇ ਵਿੱਚ ਚਲੇ ਜਾਂਦੇ ਹੋ ਤੇ ਯੂ ਸ਼ੁੱਡ ਲੀਵ ਦਾ ਇਲੈਕਟੋਰਲ ਫੀਲਡ ਫॉर ਦਾ ਯੰਗਰ ਜਨਰੇਸ਼ਨਸ। ਜਿਹੜਾ ਯੰਗ ਬਲੱਡ ਹੈ ਨਾ, ਉਹਨਾਂ ਨੂੰ ਮੌਕਾ ਦਿਓ ਪੰਜਾਬ ਨੂੰ ਰਨ ਕਰਨ ਦਾ, ਔਰ ਤਾਂ ਕਿ ਉਹ ਪੰਜਾਬ ਜਿਹੜਾ ਫਿਊਚਰ ਦਾ ਪੰਜਾਬ ਅਸੀਂ ਸੋਚ ਰਹੇ ਹਾਂ। ਦੇਖੋ, ਪੰਜਾਬ ਹੈਜ਼ ਪਾਸ ਥਰੂ ਹੈਲ ਇਨ ਲਾਸਟ 50 years। ਪੰਜਾਬ ਦੀ ਜਿਹੜੀ ਇੱਕ ਪੀੜ੍ਹੀ ਨੂੰ ਅੱਤਵਾਦ ਖਾ ਗਿਆ, ਅਗਲੀ ਪੀੜ੍ਹੀ ਨੂੰ ਨਸ਼ੇ ਖਾ ਗਏ। ਦੇਖੋ, ਮੈਂ ਜਦੋਂ ਅੱਤਵਾਦ ਮੁੱਕਿਆ ਤੇ ਮੈਂ ਸ਼ੁਕਰ ਕੀਤਾ ਇਹ ਸੱਚੇ ਪਾਤਸ਼ਾਹ, ਵੀ ਸ਼ੁਕਰ ਹੈ ਤੂੰ ਪੰਜਾਬ ਨੂੰ ਇਸ ਤਰਾਸਦੀ ਚੋਂ ਕੱਢ ਲਿਆ। ਪਰ ਸਾਹਮਣੇ ਦੂਸਰੀ ਤਰਾਸਦੀ ਸ਼ੁਰੂ ਹੋ ਗਈ। ਤੁਸੀਂ ਨਾਰਮਲੀ ਕੀ ਚਾਹੀਦਾ ਸੀ ਕਿ ਉਸ ਵਕਤ ਦੀਆਂ ਜਿਹੜੀਆਂ ਸਰਕਾਰਾਂ ਸੀ ਇਹ ਸਟਰੋਂਗਲੀ ਨਸ਼ੇ ਦੀ ਪ੍ਰੋਬਲਮ ਨੂੰ ਸਮਝਦੀਆਂ, ਐਕਸ਼ਨ ਲੈਂਦੀਆਂ ਔਰ ਇਹਦੇ 'ਤੇ ਕੰਟਰੋਲ ਕਰਦੀਆਂ, ਚੈੱਕ ਕਰਦੀਆਂ। ਪਰ ਮੈਨੂੰ ਸਮਝ ਨਹੀਂ ਆਉਂਦਾ ਕੀ ਕਾਰਨ ਹੋਵੇਗਾ। ਔਰ ਇਹ ਚੈੱਕ ਕਰਨ 'ਚ ਨਾ ਸਿਰਫ ਫੇਲ ਹੋਏ, ਉਹ ਡਰੱਗਸ ਵਧੀ ਗਈਆਂ। ਔਰ ਮੇਰੇ ਖਿਆਲ ਦੇ ਵਿੱਚ ਈਵਨ ਪੁਲਿਸ ਫੋਰਸ ਜਿਹੜੀ ਸੀ ਇਨਫੈਕਟਿਵ ਹੋ ਗਈ, ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਕਿਉਂਕਿ ਤੁਹਾਨੂੰ ਕਦੇ ਵੀ ਪੋਲੀਟੀਕਲ ਲੀਡਰਾਂ ਤੋਂ ਆਰਡਰ ਨਹੀਂ ਲੈਣੇ ਪੈਂਦੇ ਵੀ ਮੈਂ ਡਰੱਗਸ ਵਾਲੇ ਨੂੰ ਅੰਦਰ ਦਿਆਂ ਕਿ ਨਹੀਂ। ਚੁੱਕੀ ਦਾ ਅੰਦਰ ਕਰ ਦੇਈਦਾ ਔਰ ਉਹਨਾਂ ਨੂੰ ਦੱਸ ਦੇਈਦਾ ਜੀ ਵੀ ਡਰੱਗਸ ਵੇਚ ਰਿਹਾ ਸੀ, ਡਰੱਗਸ ਦੇ ਨਾਲ ਫੜਿਆ। ਔਰ ਜੇ ਫਿਰ ਵੀ ਉਹ ਪਸੰਦ ਨਾ ਕਰਨ, ਤੁਹਾਡੇ ਖਿਲਾਫ ਐਕਸ਼ਨ ਲੈਣ ਤਾਂ ਐਕਸ਼ਨ ਕਰਵਾਓ। ਕੀ ਹੋ ਗਿਆ? ਮਤਲਬ ਤੁਸੀਂ ਆਪਣਾ ਫਰਜ਼ ਨਿਭਾਉਂਦੇ ਆ, ਕਈ ਵਾਰੀ ਫੇਸ ਕਰਨਾ ਪੈਂਦਾ, ਮਾੜੀਆਂ ਸਿਚੁਏਸ਼ਨਸ ਫੇਸ ਕਰਨੀਆਂ ਪੈਂਦੀਆਂ, ਡਿਊਟੀ ਕਰਨੀ ਚਾਹੀਦੀ ਹੈ। ਲੇਕਿਨ ਤੁਹਾਨੂੰ ਲੱਗਦਾ ਹੈ ਐਕਸ਼ਨ ਹੋ ਪਾਇਆ? ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਨਾਰਕੋ ਟੈਰੋਰਿਜ਼ਮ ਜਿਹੜਾ ਉਸ ਦਾ ਦੌਰ ਵੇਖਣ ਨੂੰ ਮਿਲ ਰਿਹਾ। ਕਹਿੰਦੇ ਬਾਰਡਰ ਪਾਰ ਤੋਂ ਟੈਰਰਿਜ਼ਮ ਹੈ ਨਾਰਕੋ ਦਾ, ਯਾਨੀ ਡਰੱਗਸ ਆ ਰਹੀਆਂ ਨੇ, ਹੁਣ ਤੇ ਵੈਪਨਸ ਵੀ ਆਣੇ ਸ਼ੁਰੂ ਹੋ ਗਏ। ਦੇਖੋ, ਮੇਰਾ ਆਪਣਾ ਖਿਆਲ ਹੈ ਕਿ ਗੌਰਮੈਂਟਸ ਐਂਡ ਪੁਲਿਸ ਇਹਨਾਂ ਨੂੰ ਬੜੇ ਸਟਰੋਂਗ ਉਹ ਤਰੀਕੇ ਨਾਲ ਇਹਨੂੰ ਕ੍ਰਸ਼ ਕਰਨਾ ਚਾਹੀਦਾ ਹੈ। ਔਰ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਜਿਹੜੀ ਹੈ ਨਾ, ਉਹ ਤੁਹਾਨੂੰ ਪਰਮਿਟ ਨਹੀਂ ਕਰਨੀ ਚਾਹੀਦੀ ਵੀ ਡਰੱਗਸ ਆਉਣ, ਲੋਕੀ ਕੰਜ਼ਿਊਮ ਕਰਨ, ਲੋਕੀ ਮਰਨ। ਪੰਜਾਬ ਦੀ ਅਸੀਂ ਇੱਕ ਪੀੜ੍ਹੀ ਹੋਰ ਬਰਬਾਦ ਕਰ ਦਿਆਂਗੇ। ਦੇਖੋ, ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ। ਦੇਖੋ, ਹੁਣ ਇਹ ਕਹਿੰਦੇ ਜੀ ਉਹ ਹਮ ਇਹ ਕਰ ਰਹੇ ਥੇ ਜੀ, ਹਮ ਉਹ ਕਰ ਰਹੇ ਥੇ ਜੀ। ਦੇਖੋ, ਇਹ ਗਲਤ ਹੈ। ਤੁਸੀਂ ਇਹ ਤੁਹਾਨੂੰ ਇੱਕ ਜ਼ੀਲ ਨਾਲ, ਤੁਹਾਨੂੰ ਇਹ ਜ਼ੋਰ ਲਾ ਕੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸਮਾਜ ਦੇ ਲਈ, ਪੋਲੀਟੀਕਲ ਪਾਰਟੀਜ਼ ਨੂੰ ਵੀ ਔਰ ਪੁਲਿਸ ਫੋਰਸ ਨੂੰ ਵੀ, ਔਰ ਉਹਦੇ ਅੰਦਰ ਰਿਜ਼ਲਟ ਦੇਣੇ ਚਾਹੀਦੇ ਹੈ। ਤੁਸੀਂ ਦੁਸ਼ਯੰਤ ਕੁਮਾਰ ਜੀ ਨੇ ਕੀ ਕਿਹਾ ਸੀ ਕਿ ਅੱਜ ਤੁਹਾਨੂੰ ਲੱਗਦਾ ਹੋਵੇਗਾ ਕਿ ਵੀ ਕੀ ਬੋਲੀ ਜਾਂਦਾ, ਤੇ ਉਹਨਾਂ ਨੇ ਲਿਖਿਆ ਸੀ ਕੋਈ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ। ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਕਰ ਰਿਹਾ, ਮੈਂ ਸਿਰਫ ਤੁਹਾਡੇ ਸਮਾਜ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਉਹਦਾ ਹੱਲ ਦੱਸ ਰਿਹਾ ਵੀ ਸਟਰੋਂਗਲੀ ਉਹਨੂੰ ਡੀਲ ਕਰੋ। ਦੁਸ਼ਯੰਤ ਕੁਮਾਰ ਜੀ ਨੇ ਲਿਖਿਆ ਸੀ ਕੋਈ ਹੰਗਾਮਾ ਖੜਾ ਕਰਨਾ ਮੇਰਾ ਮਕਸਦ नहीं, मेरी कोशिश है कि ये सूरत बदलनी चाहिए, मेरे सीने में नहीं तो तेरे सीने में सही, हो कहीं भी आग लेकिन आग जलनी चाहिए। सानू एक पूरे जोश नाल, बड़ी वड्डी पुलिस फोर्स है जिन्हें अतवाद ते कंट्रोल कर लिया, कि वो ड्रग्स नहीं कर सकते? अच्छा, ਸਰਦਾਰ ਬੇਅੰਤ ਸਿੰਘ ਵਰਗੇ ਲੀਡਰ ਸਨ ਇੱਥੇ ਜਿਨ੍ਹਾਂ ਨੇ ਅੱਤਵਾਦ ਨੂੰ ਨੱਥ ਪਾ ਲਈ। ਕੀ ਹੁਣ ਦੇ ਪੋਲੀਟੀਸ਼ੀਅਨ ਨਹੀਂ ਕਰ ਸਕਦੇ? ਇਹਨਾਂ ਦੇ ਹੱਥ ਕਿਉਂ ਕੰਬਦੇ ਪਏ ਆ? ਤੁਸੀਂ, ਮੇਰਾ ਆਪਣਾ ਖਿਆਲ ਹੈ ਕਿ ਸਭ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਔਰ ਉਹਦੇ ਵਿੱਚ ਕਈ ਕੌੜੇ ਘੁੱਟ ਭਰ ਕੇ ਸਟਰੋਂਗ ਸਟੈਪਸ ਲੈਣੇ ਚਾਹੀਦੇ ਆ ਔਰ ਡਰੱਗਸ ਦੇ ਉੱਤੇ ਇੱਕ ਸ਼ਿਕੰਜਾ ਕੱਸਣਾ ਚਾਹੀਦਾ। ਲੇਕਿਨ ਵਿਰਕ ਸਾਹਿਬ, ਸੀਰਤ ਬਦਲੂਗਾ ਕੌਣ? ਪਹਿਲ ਕਦਮੀ ਕਰੂਗਾ ਕਿਉਂ? ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਆ ਜਿਹੜੇ ਡਰੱਗਸ ਮਾਫੀਆ ਨੇ ਇਹਨਾਂ ਨੂੰ ਪੋਲੀਟੀਕਲ ਸੰਰਕਸ਼ਣ ਮਿਲਿਆ ਹੋਇਆ। ਕਹਿੰਦੇ ਕੁਝ ਪੁਲਿਸ ਦੇ ਵਿੱਚ ਵੀ ਕਾਲੀਆਂ ਭੇਡਾਂ ਬੈਠੀਆਂ ਹੋਈਆਂ ਨੇ ਜਿਹੜਾ ਇਸ ਧੰਦੇ ਦੇ ਵਿੱਚ ਇਨਵੋਲਵ ਨੇ, ਤੇ ਇਹੋ ਜਿਹੇ ਸਮਾਂ ਦੇ ਵਿੱਚ ਕੌਣ ਪਹਿਲ ਕਦਮੀ ਕਰੂਗਾ? ਦੇਖੋ, ਇੱਕ ਚੀਜ਼ ਯਾਦ ਰੱਖੋ,
ਤੁਹਾਨੂੰ ਉਦੋਂ ਤੱਕ ਤੁਸੀਂ ਇਹਦੇ ਸਕਸੈਸਫੁਲ ਨਹੀਂ ਹੋ ਸਕਦੇ ਜਦੋਂ ਤੱਕ ਜਿਹੜੇ ਇਹੋ ਜਿਹੇ ਚੀਜ਼ ਨੂੰ ਸ਼ੀਲਡ ਕਰ ਰਹੇ ਨੇ ਤੁਸੀਂ ਉਹਨਾਂ ਦੇ ਖਿਲਾਫ ਸਟਰੋਂਗ ਕਾਰਵਾਈ ਨਹੀਂ ਕਰਦੇ, ਭਾਵੇਂ ਉਹ ਪੋਲੀਟੀਕਲ ਲੀਡਰ ਹੋਣ, ਭਾਵੇਂ ਉਹ ਪੁਲਿਸ ਅਫਸਰ ਹੋਣ, ਜਿਹੜੇ ਡਰੱਗਸ ਨੂੰ ਸ਼ੈਲਟਰ ਕਰ ਰਹੇ ਆ ਉਹਨਾਂ ਦੇ ਤੁਹਾਨੂੰ ਸਿਰ ਲਾਉਣੇ ਪੈਣਗੇ, ਤੁਹਾਨੂੰ ਉਹਨਾਂ ਨੂੰ ਦੇਅਰ ਹੈਡਸ ਹੈਵ ਟੂ ਰੋਲ, ਤੁਹਾਨੂੰ ਉਹਨਾਂ ਖਿਲਾਫ ਸਟਰੋਂਗ ਐਕਸ਼ਨ ਲੈਣਾ ਪਏਗਾ, ਭਾਵੇਂ ਉਹ। ਤੁਹਾਨੂੰ ਲੱਗਦਾ ਨਹੀਂ ਸਿਆਸੀ ਮੁੱਦਾ ਬਣ ਕੇ ਰਹਿ ਗਿਆ ਆ ਮਸਲਾ? ਦੇਖੋ ਮੁੱਦਾ ਜੇ ਤੁਸੀਂ ਜਦੋਂ ਅਸੀਂ ਕਿਸੇ ਚੀਜ਼ ਦਾ ਹੱਲ ਨਹੀਂ ਲੱਭਣਾ ਚਾਹੁੰਦੇ, ਸਾਡੇ 'ਚ ਤਾਕਤ ਹੈ ਨਹੀਂ, ਸਾਡੇ 'ਚ ਵਿਲ ਪਾਵਰ ਹੈ ਨਹੀਂ, ਤੇ ਅਸੀਂ ਕਵਾਂਗੇ ਜੀ ਉਹ ਮੁੱਦਾ ਸਿਆਸੀ ਹੈ ਜੀ, ਕਿਆ ਕरें ਇਸਕੋ। ਦੇਖੋ ਪਿਛਲੇ 2 ਸਾਲਾਂ 'ਚ ਸ਼ਰਾਬ, ਜ਼ਹਿਰੀਲੀ ਸ਼ਰਾਬ ਪੀ ਕੇ ਕਿੰਨੇ ਲੋਕ ਮਰੇ ਨੇ, ਕੀ ਉਹ ਕੇਸ ਚੱਲ ਰਹੇ ਨੇ ਕੋਰਟਾਂ 'ਚ? ਕੀ ਉਹ ਆਰ ਦੇ ਬੀਇੰਗ ਟੇਕਨ ਟੂ ਦੇਅਰ ਲੌਜੀਕਲ ਐਂਡ? ਨੋ, ਉਹ ਡਾਇਲੂਟ ਕੀਤੇ ਜਾ ਰਹੇ ਆ। ਕਿਉਂ? ਉਹਦੇ 'ਚ ਪੋਲੀਟੀਕਲ ਸ਼ੈਲਟਰ। ਇਹੋ ਜਿਹੇ ਜਿਹੜੇ ਵੀ ਪੋਲੀਟੀਸ਼ੀਅਨ ਨੇ ਉਹ ਤੁਹਾਨੂੰ ਸਾਰਿਆਂ ਦੇ ਖਿਲਾਫ ਸਟਰੋਂਗ ਐਕਸ਼ਨ ਲੈਣਾ ਚਾਹੀਦਾ ਹੈ। ਇਹੋ ਜਿਹੇ ਕੋਈ ਵੀ ਕਿਸੇ ਪਾਰਟੀ ਦਾ ਕਿੱਡਾ ਵੱਡਾ ਤੋਂ ਵੱਡਾ ਹੋਏ ਚੁੱਕ ਕੇ ਅੰਦਰ ਦੇ ਦਿਓ, ਜੋ ਹੁੰਦਾ ਹੋਣ ਦਿਓ। ਮੇਰਾ ਆਪਣਾ ਖਿਆਲ ਹੈ ਕਿ ਇਹਦੇ ਅੰਦਰ ਮਜਬੂਰ ਹੋ ਕੇ, ਹਤਾਸ਼ ਹੋ ਕੇ ਨਹੀਂ ਬੈਠਣਾ ਚਾਹੀਦਾ। ਔਰ ਜੇਕਰ ਹੁਣ ਵੋਟਾਂ ਪੈਣੀਆਂ ਤੇ ਮੇਰੀ ਤਾਂ ਵੋਟਰਸ ਨੂੰ ਵੀ ਅਪੀਲ ਹੈ ਵੀ ਜਿਹੜੇ ਕੋਈ ਇਹੋ ਜਿਹੇ ਲੀਡਰ ਹੈਗੇ ਨੇ ਜਿਹੜੇ ਡਰੱਗਸ ਨੂੰ ਸ਼ੈਲਟਰ ਕਰਦੇ ਆ ਜਾਂ ਸ਼ੀਲਡ ਕਰਦੇ ਆ, ਉਹਨਾਂ ਨੂੰ ਮਾਂਜ ਕੇ ਰੱਖ ਦੇਣਾ ਚਾਹੀਦਾ। ਇਹੋ ਜਿਹੀ ਰਾਜਨੀਤੀ ਦੇ ਵਿੱਚ ਇਲੈਕਸ਼ਨ ਦੇ ਅੰਦਰ ਉਹਨਾਂ ਦਾ ਸਫਾਇਆ ਕਰ ਦੇਣਾ ਚਾਹੀਦਾ। ਇਹ ਕੰਮ ਤੇ ਵੋਟਰਾਂ ਦੇ ਹੱਥ 'ਚ ਹੈ ਨਾ, ਤੇ ਉਹ ਕਰ ਸਕਦੇ ਆ ਔਰ ਕਰਨਾ ਚਾਹੀਦਾ ਹੈ। ਲੇਕਿਨ ਵਿਰਕ ਸਾਹਿਬ, ਇਸ ਵੇਲੇ ਚੋਣਾਂ ਦੀ ਜੇਕਰ ਗੱਲ ਕਰੀਏ, ਪੰਜਾਬ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਉਸ ਦੇ ਵਿੱਚ ਡਰੱਗਸ ਅਹਿਮ ਮਸਲਾ, ਖਾਸ ਕਰਕੇ ਵਿਕਰਮ ਮਜੀਠੀਆ ਦੇ ਖਿਲਾਫ ਜਿਹੜੀ FIR ਦਰਜ ਹੋਈ ਹੈ, ਹਾਲਾਂਕਿ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ, ਗ੍ਰਿਫਤਾਰੀ ਤੇ ਰੋਕ ਲੱਗੀ ਹੈ। ਇਸ ਮਸਲੇ ਨੂੰ ਲੈ ਕੇ ਕਾਂਗਰਸ ਦਾ ਜਿਹੜਾ ਚੋਣ ਪ੍ਰਚਾਰ ਹੈ ਉਹ ਕੁਛ ਅਲੱਗ ਤਰ੍ਹਾਂ ਦਾ ਨਜ਼ਰ ਆ ਰਿਹਾ। ਉਹ ਸਿੱਧੇ ਤੌਰ ਤੇ ਆਰੋਪ ਲਾ ਰਹੇ ਨੇ। ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰੀਏ, ਉਹ ਕਹਿੰਦੇ ਵੈਂਡੇਟਾ ਪੋਲਿਟਿਕਸ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ, ਲੇਕਿਨ ਅਸਲ ਮਾਇਨੇ ਦੇ ਵਿੱਚ ਜਿਹੜੇ ਹਜੇ ਵੀ ਬਾਰਡਰ ਪਾਰ ਤੋਂ ਡਰੱਗਸ ਆ ਰਹੀਆਂ ਨੇ, ਅਸਲ ਮਾਇਨੇ ਦੇ ਵਿੱਚ ਜਿਹੜੇ ਹਥਿਆਰ ਆਣੇ ਸ਼ੁਰੂ ਹੋ ਗਏ, ਔਰ ਹੁਣ ਜਿਹੜੇ ਡਰੋਨਸ ਦਾ ਇਸਤੇਮਾਲ ਹੋ ਰਿਹਾ। ਔਰ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਜੇਕਰ ਬਿਆਨਾਂ ਨੂੰ ਸੁਣਿਆ ਜਾਏ, ਉਹ ਬਾਰ-ਬਾਰ ਕਹਿੰਦੇ ਨੇ ਕਿ ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਕਿਉਂਕਿ 1984 ਵਾਲਾ ਦੌਰ ਜਿਹੜਾ ਉਹ ਦੁਬਾਰਾ ਤੋਂ ਆ ਰਿਹਾ ਹੈ। ਸ਼ਾਇਦ ਇਸੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਫੈਸਲਾ ਲਿੱਤਾ ਹੈ ਕਿ ਬਾਰਡਰ ਦੀ ਜਿਹੜੀ BSF ਹੈ, BSF ਦਾ ਦਾਇਰਾ ਜਿਹੜਾ ਉਹਨੂੰ 50 ਕਿਲੋਮੀਟਰ ਤੱਕ ਕਰ ਦਿੱਤਾ ਜਾਏ, ਤਾਂ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਤੇ ਠੱਲ ਪਾਈ ਜਾ ਸਕੇ। ਲੱਗਦਾ ਹੈ ਵਾਜਿਬ ਫੈਸਲਾ ਹੈ BSF ਦਾ ਦਾਇਰਾ ਵਧਾਉਣਾ, ਔਰ ਓਵਰਆਲ ਜਿਸ ਤਰ੍ਹਾਂ ਦਾ ਘਟਨਾਕ੍ਰਮ ਚੱਲ ਰਿਹਾ ਹੈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ BSF ਦਾ ਦਾਇਰਾ ਵਧਾਉਣਾ, BSF ਦੀ ਇਫੈਕਟਿਵਨੈਸ ਵਧਾਉਣਾ, ਤਾਂ ਕਿ ਉਹ ਆਪਣੀ ਡਿਊਟੀ ਜ਼ਿਆਦਾ ਕਾਰਗਰ ਤਰੀਕੇ ਨਾਲ, ਇਫੈਕਟਿਵ ਤਰੀਕੇ ਨਾਲ ਕਰ ਸਕਣ, ਉਹ ਚੰਗੀ ਚੀਜ਼ ਹੈ, ਉਹਦਾ ਸਵਾਗਤ ਹੋਣਾ ਚਾਹੀਦਾ ਹੈ। ਪਰ ਜੋ ਕੁਝ ਹੋ ਰਿਹਾ ਹੈ, ਡਰੱਗਸ ਜਿਵੇਂ ਵਧੀਆਂ ਹੈ, ਤੇ ਦੇਖੋ ਤੁਸੀਂ ਕੈਪਟਨ ਸਾਹਿਬ ਦਾ ਜ਼ਿਕਰ ਕੀਤਾ ਵੀ ਉਹਨਾਂ ਨੂੰ ਫਿਕਰ ਬੜਾ ਹੈ। ਮੇਰਾ ਆਪਣਾ ਕਹਿਣਾ ਹੈ ਵੀ ਉਹਨਾਂ ਨੂੰ ਪਿਛਲੇ 4.5 ਸਾਲਾਂ 'ਚ ਇਹ ਸਾਰਾ ਕੁਝ ਕਰਕੇ ਹੁੰਜਾ ਫੇਰ ਦੇਣਾ ਚਾਹੀਦਾ ਸੀ। ਤੁਸੀਂ ਅੱਜ ਇਸ ਚੀਜ਼ ਦੇ ਉੱਤੇ ਉਂਗਲ ਚੁੱਕਣਾ ਮੈਂ ਸਹੀ ਨਹੀਂ ਸਮਝਦਾ। ਮੈਂ ਸਮਝਦਾ ਵੀ ਜਦੋਂ ਤੁਹਾਡੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਕਾਰਟਲਾਈਜੇਸ਼ਨ ਹੈ, ਜੇਕਰ ਬਾਹਰੋਂ ਡਰੱਗਸ ਆ ਰਹੀਆਂ, ਕੋਈ ਭੇਜ ਰਿਹਾ, ਕੋਈ ਮੰਗਾ ਰਿਹਾ, ਕੀ ਤੁਸੀਂ ਇਹ ਨਹੀਂ ਪਛਾਣ ਸਕਦੇ ਵੀ ਕੌਣ ਮੰਗਾ ਰਿਹਾ ਤੇ ਕੌਣ ਭੇਜ ਰਿਹਾ, ਤੇ ਇਹਨੂੰ ਕਿਵੇਂ ਨੱਥ ਪਾਈ ਜਾਵੇ? ਕੀ ਸਾਡਾ ਸਿਸਟਮ ਇੰਨਾ ਇਨਐਫੀਸ਼ੀਐਂਟ ਹੋ ਗਿਆ, ਇੰਨਾ ਸਾਨੂੰ ਕਰਪਸ਼ਨ ਖਾ ਗਈ ਹੈ ਕਿ ਅਸੀਂ ਜਿਹੜੇ ਡਰੱਗਸ ਵਾਲੇ ਹੱਥ ਹੈ ਉਹਨਾਂ ਨੂੰ ਫੜ ਨਹੀਂ ਸਕਦੇ? ਵਾਟ ਅ ਸ਼ੇਮ। ਯਾਨੀ ਸਾਰਾ ਭ੍ਰਸ਼ਟ ਤੰਤਰ ਦਾ ਹਿੱਸਾ ਬਣ ਕੇ ਰਹਿ ਗਿਆ। ਨਹੀਂ, ਮੈਂ ਕਹਿੰਦਾ ਵੀ ਇਹਨਾਂ ਨੂੰ ਚੁੱਕ ਕੇ ਤੁਹਾਨੂੰ ਸਾਰੇ ਬੰਦੇ ਵੱਡੇ ਜਿਹੜੇ ਅੰਦਰ ਦੇ ਦੇਣੇ ਚਾਹੀਦੇ ਆ, ਕੋਈ ਵੀ ਬਾਹਰ ਨਹੀਂ ਛੱਡਣਾ ਚਾਹੀਦਾ। ਔਰ ਇਹ ਮੁਮਕਿਨ ਹੋ ਪਾਊਗਾ? ਦੇਖੋ ਵਿਲ ਪਾਵਰ ਚਾਹੀਦੀ ਹੈ। ਜੇਕਰ ਦੇਖੋ ਮੈਂ ਤੁਹਾਨੂੰ ਦੱਸਦਾ, 2006-07 ਦੇ ਵਿੱਚ NDPS ਐਕਟ ਦੇ ਅੰਡਰ ਡਿਟੈਂਸ਼ਨ ਦੀ ਪ੍ਰੋਵੀਜ਼ਨ ਹੈ, ਤੁਸੀਂ ਬੰਦੇ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਰੱਖ ਸਕਦੇ ਹੋ। ਮੈਂ ਉਸ ਵੇਲੇ ਅਸੀਂ 40 ਬੰਦੇ ਦੇ ਕਰੀਬ ਡਰੱਗ ਡੀਲਰਸ ਜਿਹੜੇ ਸੀ ਅੰਦਰ ਕੀਤੇ ਸੀ, ਡਿਟੇਨ ਕੀਤੇ ਸੀ। ਅੱਜ ਕਿੰਨੇ ਨੇ ਪੰਜਾਬ 'ਚ? ਉਸ ਦੇ ਵਿੱਚ ਸ਼ਾਮਲ ਉਹਦਾ ਸ਼ਾਮਲ ਸੀ ਜਗਦੀਸ਼ ਭੋਲਾ, ਉਦੋਂ ਵਰਕਿੰਗ ਸਰਵਿੰਗ ਇੰਸਪੈਕਟਰ ਸੀ, ਬਠਿੰਡੇ ਪੋਸਟਡ ਸੀ, ਤੇ ਇਹਦਾ ਵੀ ਡਿਟੈਂਸ਼ਨ ਆਰਡਰ ਕੱਢਿਆ ਸੀ। ਇਹ ਅੰਡਰਗਰਾਊਂਡ ਹੋ ਗਿਆ ਸੀ ਉਸ ਵੇਲੇ। ਤੇ ਮੇਰਾ ਇਹ ਕਹਿਣ ਦਾ ਮਤਲਬ ਹੈ ਵੀ ਜੇ ਉਸ ਵੇਲੇ ਅਸੀਂ 40 ਬੰਦੇ, ਅੱਜ ਕਿੰਨੇ ਡਿਟੇਨ ਨੇ ਤੁਹਾਡੇ ਕੋਲ? ਸ਼ਾਇਦ ਇੱਕ ਵੀ ਨਹੀਂ।
ਅਸੀਂ ਉਸ ਵੇਲੇ 40 ਡਿਟੇਨ ਕੀਤੇ ਸੀ ਜਦੋਂ ਹਾਲੇ ਪ੍ਰੋਬਲਮ ਨਹੀਂ ਸੀ। ਮਤਲਬ ਮੈਂ ਕੈਪਟਨ ਸਾਹਿਬ ਦੇ ਨੋਟਿਸ ਹੀ ਲੈਂਦਾ, ਉਹ ਕਹਿੰਦੇ ਵੀ ਕਰੋ ਜੋ ਕਰਨਾ, ਠੋਕ ਦਿਓ। ਤੇ ਸੀ ਵਾਸ ਵੈਰੀ ਪੋਜ਼ਿਟਿਵ। ਅਸੀਂ ਉਸੇ ਵੇਲੇ ਚੁੱਕ ਕੇ 35-40 ਬੰਦੇ ਜਿਹੜੇ ਸੀ ਡੀਲਰ ਆਈਡੈਂਟੀਫਾਈ ਕੀਤੇ, ਚੁੱਕ ਕੇ ਅੰਦਰ ਦਿੱਤੇ। ਤੇ ਉਹਦੇ ਅੰਦਰ ਦੇਖੋ ਕੀ ਹੁੰਦਾ, ਤੁਹਾਨੂੰ ਜਦੋਂ ਡਰੱਗਸ ਵਰਗੀ ਚੀਜ਼ ਆ, ਤੁਹਾਨੂੰ ਸਖਤੀ ਨਾਲ ਡੀਲ ਕਰਨੀ ਪਏਗੀ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕਿਡ ਗਲਵਸ ਪਾ ਕੇ ਤੇ ਉਹਨਾਂ ਨਾਲ ਖੇਡੋਗੇ ਤੇ ਫਿਰ ਰਿਜ਼ਲਟ ਵੀ ਉਹੋ ਜਿਹੇ ਹੀ ਮਿਲਣਗੇ। ਜੇ ਸਟਰੋਂਗਲੀ ਕਰਨਾ ਹੈ ਤਾਂ ਤੁਹਾਨੂੰ ਇਹਨਾਂ ਨੂੰ ਕ੍ਰਸ਼ ਕਰਨਾ ਪਏਗਾ, ਜਿਹੜੇ ਕਾਰਟਲ ਬਣੇ ਹੋਏ। ਤੇ ਜਿਹੜੀ ਵਿਕਰਮ ਨੂੰ ਲੈ ਕੇ ਜਿਸ ਢੰਗ ਦੀ ਸਿਆਸਤ ਹੋ ਰਹੀ ਹੈ, ਇਸ ਨੂੰ ਕਿੱਦਾਂ ਦੇਖਦੇ? ਸਿਆਸਤ ਦੇ ਵਿੱਚ ਮੇਰਾ ਕੋਈ ਕਮੈਂਟ ਨਹੀਂ ਹੈ। ਜਿਹੜਾ ਬੰਦਾ ਇਨਵੋਲਵਡ ਹੈ ਉਹ ਬਖਸ਼ਣਾ ਨਹੀਂ ਚਾਹੀਦਾ, ਉਹ ਕੋਈ ਵੀ ਹੋਏ। ਤੇ ਜੇਕਰ ਜਿਹੜਾ ਬੇਕਸੂਰ ਹੈ ਔਰ ਇਨਵੋਲਵਡ ਨਹੀਂ ਹੈ, ਉਹਨੂੰ ਝੂਠਾ ਫਸਾਉਣਾ ਨਹੀਂ ਚਾਹੀਦਾ। ਮੇਰਾ ਉਹਦੇ 'ਚ ਇਹ ਕਹਿਣਾ ਹੈ। ਤੇ ਮਤਲਬ ਮੁੜ ਆਪਣੇ ਮੁੱਦੇ ਤੇ ਵਾਪਸ ਆ ਜਾਣਾ, ਬੀਜੇਪੀ ਦੇ ਵਿੱਚ ਜੁਆਇਨਿੰਗ ਨੂੰ ਲੈ ਕੇ। ਤੁਹਾਡੀ ਬੀਜੇਪੀ ਦੇ ਵਿੱਚ ਜਿਹੜੀ ਜੁਆਇਨਿੰਗ ਹੋਈ ਹੈ, ਤੁਸੀਂ ਇੱਕ ਮਸਲਾ ਤੇ ਦੱਸਤਾ ਕਿ ਚਲੋ ਖੇਤੀ ਕਾਨੂੰਨ, ਲੇਕਿਨ ਵਿਰਕ ਸਾਹਿਬ ਇਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਦੀ ਕਾਰਜ ਪ੍ਰਣਾਲੀ ਜਿਹੜੀ ਰਹੀ ਹੈ, ਉਸ ਤੇ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਕਿਉਂ 1 ਸਾਲ ਕਿਸਾਨਾਂ ਨੂੰ ਦਿੱਲੀ ਦੀ ਵਰੂਹਾਂ ਤੇ ਬਿਠਾ ਕੇ ਰੱਖਿਆ। ਕਈ ਵਾਰੀ ਕੀ ਹੋ ਜਾਂਦਾ, ਜਦੋਂ ਕਈ ਵਾਰੀ ਚੰਗਾ ਕੰਮ ਕਰਨ ਜਾਈਦਾ ਹੈ ਔਰ ਉਹਦੇ ਰਿਜ਼ਲਟ ਜਿਹੜੇ ਨੇ ਉਹ ਸਾਨੂੰ ਪ੍ਰੈਕਟੀਕਲ ਪੁਆਇੰਟ ਆਫ ਵਿਊ ਨਾਲ ਠੀਕ ਨਹੀਂ ਮਿਲਦੇ। ਸ਼ਾਇਦ ਇਹ ਉਸ ਤਰ੍ਹਾਂ ਦਾ ਮੁੱਦਾ ਸੀ, ਕਿਸਾਨਾਂ ਦੀਆਂ ਲੋੜਾਂ ਤੇ ਸਰਕਾਰ ਦੇ ਫੈਸਲੇ, ਇਹਨਾਂ ਦੇ ਵਿੱਚ ਗੈਪ ਜ਼ਿਆਦਾ ਰਹਿ ਗਿਆ ਸੀ। ਉਹ ਸ਼ਾਇਦ ਗੈਪ ਭਰਨ ਦੀ ਲੋੜ ਹੈ। ਹੁਣ ਉਹ ਟਾਈਮ ਹੈਗਾ, ਉਹ ਗੈਪ ਭਰਿਆ ਜਾਏਗਾ। ਮੈਨੂੰ ਯਕੀਨ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਜੋ ਕੁਝ ਵੀ ਕੀਤਾ ਜਾਏਗਾ ਉਹ ਸਾਰਾ ਸਰਬਸੰਮਤੀ ਨਾਲ, ਸੋਚ ਸਮਝ ਨਾਲ ਕੀਤਾ ਜਾਏਗਾ ਔਰ ਇਹ ਪ੍ਰੋਬਲਮ ਦੁਬਾਰਾ ਇਹਦਾ ਇੱਕ ਪਰਮਾਨੈਂਟ ਹੱਲ ਲੱਭ ਲਿਆ ਜਾਵੇਗਾ। ਪਰਮਾਨੈਂਟ ਹੱਲ ਹੋ ਪਾਊਗਾ? ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਪੰਜਾਬ ਆਉਂਦੇ ਨੇ, ਫਿਰੋਜ਼ਪੁਰ ਦੇ ਵਿੱਚ ਆਉਂਦੇ ਨੇ, ਉਸ ਸਮੇਂ ਕਿਹਾ ਜਾਂਦਾ ਕਿ ਕਿਸਾਨਾਂ ਨੇ ਵਿਰੋਧ ਕੀਤਾ ਔਰ ਉਸ ਵਿਰੋਧ ਸਰੂਪ ਪ੍ਰਧਾਨ ਮੰਤਰੀ ਸਾਹਿਬ ਨੂੰ ਵਾਪਸ ਜਾਣਾ ਪਿਆ। ਨਾ ਰੈਲੀ ਹੋਈ, ਨਾ ਉਹ ਬਾਰਡਰ ਏਰੀਆ 'ਚ ਜਾ ਪਾਏ, ਨਾ ਹੋਰ ਕਾਰਜਕ੍ਰਮ ਹੋ ਪਾਏ। ਦੇਖੋ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਘਟ ਜਾਂਦੀਆਂ। ਉਸ ਦਿਨ ਵੈਦਰ ਖਰਾਬ ਸੀ। ਨੋਰਮਲੀ ਜੇਕਰ ਸਾਰੀ ਟਰੈਵਲਿੰਗ ਹੈਲੀਕਾਪਟਰ ਨਾਲ ਜਿਵੇਂ ਪਲਾਨਡ ਸੀ ਹੋ ਜਾਂਦੀ ਤੇ ਸ਼ਾਇਦ ਇਹ ਹਾਲਾਤ ਪੈਦਾ ਨਾ ਹੁੰਦੇ। ਉਸ ਦਿਨ ਮੌਸਮ ਦਾ ਖਰਾਬ ਹੋਣਾ, ਕੁਝ ਗੈਪ ਰਹਿ ਜਾਣਾ ਪ੍ਰੋਸੀਜਰਸ ਦੇ ਵਿੱਚ ਫੋਲੋ ਕਰਨ ਦੇ ਵਿੱਚ, ਉਹ ਗਲਤੀਆਂ ਰਹੀਆਂ ਜਿਨ੍ਹਾਂ ਕਰਕੇ ਉਹ ਸਿਚੁਏਸ਼ਨ ਕ੍ਰੀਏਟ ਹੋਈ ਜਿਹਦੇ ਅੰਦਰ ਸਿਕਿਉਰਿਟੀ ਲੈਪਸ ਨਜ਼ਰ ਆਉਣ ਲੱਗ ਪਏ। ਅਦਰਵਾਈਜ਼ ਜਿਹੜੀ ਇਹ ਵੀ ਕਿਹਾ ਗਿਆ ਕਿ ਛੜਯੰਤਰ ਹੈ, ਬੀਜੇਪੀ ਦੇ ਆਗੂ ਇਹ ਕਹਿੰਦੇ ਨਜ਼ਰ ਆਏ ਨੇ ਕਿ ਛੜਯੰਤਰ ਹੈ। ਦੇਖੋ ਉਹਦੇ ਅੰਦਰ ਇਟ ਇਜ਼ ਡੈਫੀਨੇਟਲੀ ਅ ਵੈਰੀ ਬਿਗ ਸਿਕਿਉਰਿਟੀ ਲੈਪਸ। ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਜਿਹੜੀ ਹੈ ਇਹ ਪੁਲਿਸ ਦੇ ਅੰਦਰ ਕੰਮ ਕਰਦਿਆਂ ਹੋਇਆ ਸਾਡੇ ਲਈ ਸਭ ਤੋਂ ਉੱਪਰ ਗਿਣੀ ਜਾਂਦੀ ਹੈ, ਸਭ ਤੋਂ ਇੰਪੋਰਟੈਂਟ। ਔਰ ਉਹਦੇ ਅੰਦਰ ਜੇ ਅਸੀਂ ਆਪਣੀ ਡਿਊਟੀ ਪੂਰੀ ਨਹੀਂ ਕਰ ਸਕਦੇ ਤੇ ਉਹ ਉਸ ਚੀਜ਼ ਦਾ ਸਾਨੂੰ ਖੰਡਨ ਕਰਨਾ ਪਏਗਾ ਵੀ ਇਹ ਗਲਤ ਹੋਇਆ, ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਇਹ ਇੱਦਾਂ ਹੋਣਾ ਚਾਹੀਦੀ ਸੀ। ਹਰ ਚੀਜ਼ ਲੇਡ ਡਾਊਨ ਹੈ। ਉਹ ਜਿਹੜੇ ਰੂਲਸ ਨੇ, ਪ੍ਰੋਸੀਜਰ ਨੇ, ਉਹ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਦੇ ਲੇਡ ਡਾਊਨ ਨੇ। ਉਹਦੇ ਅੰਦਰ ਜੇ ਤੁਸੀਂ ਦੇਖੋਗੇ ਤਾਂ ਪੈਰਾਮੀਟਰਸ ਵਰ ਨਾਟ ਮੈਟ। ਕਈ ਖਾਮੀਆਂ ਰਹਿ ਗਈਆਂ ਸੀ, ਪਰ ਹੋ ਜਾਂਦਾ ਕਈ ਵਾਰੀ, ਬੈਸਟ ਆਫ ਇੰਟੈਂਸ਼ਨ ਤੋਂ ਬਾਵਜੂਦ ਵੀ ਹੋ ਜਾਂਦਾ। ਉਹਦੇ ਲਈ ਜ਼ਰੂਰੀ ਕੀ ਹੁੰਦਾ? ਹੋ ਜਾਂਦਾ ਜਾਂ ਕੀਤਾ ਜਾਂਦਾ? ਨਹੀਂ, ਹੋ ਜਾਂਦਾ ਹੈ। ਦੇਖੋ ਰਸਤਾ ਕਲੀਅਰ ਕਰਨਾ ਚਾਹੀਦਾ ਸੀ। ਮਤਲਬ ਦੇਖੋ ਕਿ 300 ਜਾਂ 400 ਕਿਸਾਨਾਂ ਨੂੰ ਸਮਝਾ ਕੇ ਪਿੱਛੇ ਨਹੀਂ ਹਟਾਇਆ ਜਾ ਸਕਦਾ ਸੀ। ਆਈ ਫੀਲ ਇਟ ਕੁਡ ਹੈਵ ਬੀਨ ਡਨ, ਤੇ ਪਰ ਨਹੀਂ ਕੀਤਾ ਗਿਆ। ਉਹਦੇ ਅੰਦਰ ਕਾਰਨ ਕੀ ਹੈ ਇਹ ਸਮਝਣਾ ਪਵੇਗਾ। ਹੁਣ ਇਹ ਸੁਪਰੀਮ ਕੀ ਮਨਸ਼ਾ ਸੀ ਕਿ ਰੈਲੀ ਨਾ ਹੋਏ, ਅਨਾਉਂਸਮੈਂਟ ਉੱਥੇ ਨਾ ਹੋਣ? ਦੇਖੋ ਇੱਦਾਂ ਪੋਲੀਟੀਕਲ ਐਂਗਲ ਵੱਖਰਾ ਹੈ, ਪਰ ਉਸ ਦਿਨ ਦੇ ਜਿਹੜੇ ਹਾਲਾਤ ਵੀ ਸਨ ਨਾ, ਜਿਵੇਂ ਮੌਸਮ ਦਾ ਖਰਾਬ ਹੋਣਾ ਤੇ ਹੈਲੀਕਾਪਟਰਸ ਦਾ ਨਾ ਬਿਲਕੁਲ ਨਹੀਂ ਸੀ। ਅਸੀਂ ਖੁਦ ਫਿਰੋਜ਼ਪੁਰ ਦੇ ਵਿੱਚ ਸੀ ਉਸ ਸਮੇਂ। ਜਿਹੜੀਆਂ ਨੇ ਨਾ ਉਹ ਮਤਲਬ ਮਸਲਾ ਬਣਾ ਦਿੱਤਾ ਗਿਆ। 70,000 ਬਨਾਮ 700। ਕੀ ਹੁੰਦਾ ਜਦੋਂ ਵੀ ਇਲੈਕਸ਼ਨ ਨੇੜੇ ਹੋਣ, ਕਈ ਵਾਰੀ ਉਹਨੂੰ ਟਵਿਸਟ ਮਿਲ ਜਾਂਦੇ ਨੇ ਉਹਨਾਂ ਸਿਚੁਏਸ਼ਨ ਨੂੰ, ਯਾਨੀ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਰੰਗਤ ਦੇਖੋ, ਇਹਨਾਂ ਨੇ ਆਪਣਾ ਐਕਸ਼ਨ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਇਹ ਕਹਿੰਦੇ ਵੀ ਜੀ ਕੋਈ ਸਿਕਿਉਰਿਟੀ ਲੈਪਸ ਹੈ ਹੀ ਨਹੀਂ ਸੀ। ਗਲਤ ਹੈ, ਸਿਕਿਉਰਿਟੀ ਲੈਪਸ ਹੈਗਾ ਸੀ। ਜੇਕਰ ਪ੍ਰਾਈਮ ਮਿਨਿਸਟਰ ਦਾ ਕਨਵਾਏ ਰੁਕਦਾ ਔਰ ਅੱਗੇ ਐਜੀਟੇਟਿੰਗ ਫਾਰਮਰਸ ਖੜੇ ਨੇ ਔਰ ਉਹਨਾਂ ਨੂੰ ਕਲੀਅਰ ਨਹੀਂ ਕੀਤਾ ਜਾਂਦਾ, ਤੇ ਕੀ ਅਸੀਂ ਕਹਿ ਸਕਦੇ ਹਾਂ ਵੀ ਸਿਕਿਉਰਿਟੀ ਲੈਪਸ ਨਹੀਂ ਹੈ? ਦੇਖੋ ਸਿਕਿਉਰਿਟੀ ਲੈਪਸ ਹੈ, ਉਹਨੂੰ ਸਮਝੋ, ਉਹਨੂੰ ਰੈਕਟੀਫਾਈ ਕਰੋ, ਉਹਨੂੰ ਦੂਰ ਕਰੋ ਤਾਂ ਕਿ ਦੁਬਾਰਾ ਇੱਦਾਂ ਨਾ ਹੋਵੇ। ਅੱਛਾ, ਦੂਸਰਾ, ਪ੍ਰਾਈਮ ਮਿਨਿਸਟਰ, ਤੁਸੀਂ ਅੱਜ ਕੀ ਹੈ, ਤੁਹਾਡੀਆਂ ਪ੍ਰੋਬਲਮਸ ਬਹੁਤ ਨੇ ਪੰਜਾਬ ਦੇ ਅੰਦਰ।
ਤੁਹਾਡੀ ਕਿਸਾਨੀ ਕਰਜ਼ੇ ਨਾਲ ਵਿੰਨੀ ਹੋਈ ਹੈ, ਛੋਟਾ ਕਿਸਾਨੀ ਜਿਹੜੀ ਹੈ, ਤੁਹਾਡੀ ਜਿਹੜੀ ਇੰਡਸਟਰੀ ਹੈ ਉਹ ਪੂਰੀ ਡੋਲਡਰਮਸ ਦੇ ਵਿੱਚ ਹੈ, ਉਹ ਬਹੁਤ ਬੁਰੀ ਤਰ੍ਹਾਂ ਖੇਰੂ ਖੇਰੂ ਹੋ ਰਹੀ ਹੈ। ਟ੍ਰੇਡ ਐਂਡ ਕਾਮਰਸ ਨੂੰ ਬੜੀ ਵੱਡੀ ਢਾਹ ਵੱਜੀ ਹੋਈ ਹੈ। ਐਜੂਕੇਸ਼ਨ, ਹੈਲਥ, ਅਦਰ ਇਨਫਰਾਸਟਰਕਚਰ, ਉਹ ਸਾਰਾ ਜਿਹੜਾ ਹੈ ਉਹਨੂੰ ਇੱਕ ਬੜੀ ਵੱਡੀ ਲੋੜ ਹੈ ਰੀਜੂਵਨੇਸ਼ਨ ਦੀ, ਉਹਨੂੰ ਪੁਨਰ ਜੀਵਨ ਦੇਣ ਦੀ ਬੜੀ ਵੱਡੀ ਲੋੜ ਹੈ। ਤੇ ਮੇਰਾ ਆਪਣਾ ਖਿਆਲ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਝੂਠ ਦੇ ਬੇਸਿਸ ਦੇ ਉੱਤੇ ਕਹਾਣੀਆਂ ਘੜਦੀ ਹੈ, ਤੁਸੀਂ ਕਹਾਣੀਆਂ ਬਹੁਤ ਘੜ ਲਈਆਂ ਪਿਛਲੇ 50 ਸਾਲਾਂ 'ਚ, ਅਸੀਂ ਕਹਾਣੀਆਂ ਬਹੁਤ ਦੇਖ ਲਈਆਂ। ਕੀ ਅਸੀਂ ਕੋਈ ਜੈਨੂਇਨ ਸਟੈਪ ਲੈ ਕੇ ਪੰਜਾਬ ਲਈ ਕੋਈ ਇਹੋ ਜਿਹਾ ਨਹੀਂ ਹਾਲਾਤ ਪੈਦਾ ਕਰ ਸਕਦੇ ਕਿ ਸੱਚੀ ਪੰਜਾਬ ਵਿਕਾਸ ਦੇ ਰਾਹ 'ਤੇ? ਕੀ ਜ਼ਰੂਰੀ ਹੈ ਕਿ ਹਰ ਚੀਜ਼ ਤੁਸੀਂ ਸ਼ਰਾਬ ਦੀ ਕਾਰਟਲਾਈਜੇਸ਼ਨ ਕਰੋ, ਤੁਸੀਂ ਸੈਂਡ ਮਾਫੀਆ ਕਰੋ, ਤੁਸੀਂ ਕੇਬਲ ਮਾਫੀਆ ਕਰੋ, ਤੁਸੀਂ ਹੋਰ ਇਸ ਤਰ੍ਹਾਂ ਸਾਰੇ ਜਿਹੜੇ ਉਹ ਗਲਤ ਕੰਮ ਨੇ ਉਹ ਇਕੱਠੇ ਕਰਕੇ ਤੇ ਉਹਨਾਂ ਦੇ ਵਿੱਚੋਂ ਆਪਣੀ ਰਾਜਨੀਤੀ ਚਲਾਓ? ਕੀ ਅਸੀਂ ਚੰਗੇ ਪਾਸੇ ਤੁਰ ਕੇ ਰਾਜਨੀਤੀ ਨਹੀਂ ਚਲਾ ਸਕਦੇ? ਤੁਸੀਂ, ਮੇਰਾ ਆਪਣਾ ਖਿਆਲ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਚੰਗੇ ਪਾਸੇ ਮੋੜ ਦੇਣ ਦੀ ਲੋੜ ਹੈ, ਤਾਂ ਕਿ ਪੰਜਾਬ ਦਾ ਜਿਹੜਾ ਡਾਰਕ ਚੈਪਟਰ ਹੈ ਪੁਰਾਣੇ 40-50 ਸਾਲਾਂ ਦਾ, ਜਿਹਦੇ ਅੰਦਰ ਅੱਤਵਾਦ ਵੀ ਹੈ, ਡਰੱਗਸ ਵੀ ਹੈ, ਕਰਪਸ਼ਨ ਵੀ ਹੈ, ਮਿਸਮੈਨੇਜਮੈਂਟ ਵੀ ਹੈ, ਇਹ ਸਾਰੇ ਨੂੰ ਦੂਰ ਕਰ ਸਕੀਏ ਔਰ ਪੰਜਾਬ ਨੂੰ ਅਸੀਂ ਇੱਕ ਆਉਣ ਵਾਲਾ ਚੰਗਾ ਫਿਊਚਰ ਉਸ ਪਾਸੇ ਲਿਜਾ ਸਕੀਏ। ਇਸ ਦੇ ਵਿੱਚ ਬੀਜੇਪੀ ਨੂੰ ਕਿਸ ਥਾਂ ਤੇ ਖੜਾ ਪਾਉਂਦੇ ਹੋ ਤੁਸੀਂ, ਕਿਉਂਕਿ ਤੁਸੀਂ ਹੁਣ ਬੀਜੇਪੀ ਦਾ ਹਿੱਸਾ ਬਣ ਚੁੱਕੇ ਹੋ ਔਰ ਬੀਜੇਪੀ ਇਸ ਵਾਰ ਹੈ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਵਿੱਚ ਨਹੀਂ ਖੜੀ, ਕੱਲੇ ਖੜੀ ਹੈ, ਕੱਲੇ ਚੋਣ ਲੜਨ ਦੀ ਕੋਸ਼ਿਸ਼ ਕਰ ਰਹੀ ਹੈ, ਕਿੱਥੇ ਖੜਾ ਪਾਉਂਦੇ ਹੋ ਬੀਜੇਪੀ? ਦੇਖੋ, ਤੁਸੀਂ ਪਿਛਲੇ 25 ਸਾਲ ਦੇਖ ਲਓ, ਅਕਾਲੀ ਦਲ ਔਰ ਕਾਂਗਰਸ ਇਹ ਆਪਸ ਦੇ ਵਿੱਚ ਵਾਰੀ ਨਾਲ ਰੂਲ ਕਰਦੇ ਰਹੇ ਹੈ। ਅੱਛਾ, ਵੱਡੇ ਵੱਡੇ ਨਾਂ ਆਏ ਵੀ ਜੀ ਉਹ ਫਲਾਣਾ ਮੁੱਖ ਮੰਤਰੀ ਬਣ ਗਿਆ ਜੀ, ਫਲਾਣਾ ਬਣ ਗਿਆ ਜੀ, ਪਰ ਪੰਜਾਬ ਦੇ ਹਾਲਾਤ ਇੰਪਰੂਵ ਹੋਏ? ਤੁਸੀਂ ਮੈਨੂੰ ਦੱਸੋ, ਤੁਹਾਡੇ ਦਰਸ਼ਕ ਦੱਸਣ, ਕੀ ਪੰਜਾਬ ਵੱਧ ਨਾਲੋਂ ਬਦਤਰ ਵਾਲੇ ਪਾਸੇ ਨਹੀਂ ਚਲਾ ਗਿਆ? ਤੁਸੀਂ ਕੀ ਡਰੱਗਸ ਦੇ ਵਿੱਚ ਸਾਡੇ ਸਿਆਸਤਦਾਨਾਂ ਨੇ ਜਾਂ ਸਾਡੇ ਐਡਮਿਨਿਸਟ੍ਰੇਸ਼ਨ ਨੇ ਪੰਜਾਬ ਨੂੰ ਰੋਲ ਕੇ ਨਹੀਂ ਰੱਖ ਦਿੱਤਾ? ਕੀ ਅਸੀਂ ਉਹ ਪੰਜਾਬ ਨੂੰ ਉਸੇ ਤਰ੍ਹਾਂ ਰੋੜੀ ਰੱਖਣਾ ਹੈ ਕਿ ਇਹਨੂੰ ਉਸ ਗੰਦ 'ਚੋਂ ਕੱਢਣਾ ਹੈ? ਮੇਰਾ ਆਪਣਾ ਖਿਆਲ ਹੈ ਕਿ ਸਾਨੂੰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਉਹਦੇ ਲਈ ਇੱਕ ਵਾਰੀ ਦੇਖੋ ਹੁਣ ਕੀ ਹੈ, ਕਸ਼ਮੀਰ ਇੱਕ ਬੜਾ ਵੱਡਾ ਮੁੱਦਾ ਸੀ। ਕਸ਼ਮੀਰ ਦਾ ਸੈਂਟਰ ਵਾਲਿਆਂ ਨੇ, ਮੋਦੀ ਸਾਹਿਬ, ਪ੍ਰਧਾਨ ਮੰਤਰੀ ਜੀ ਨੇ, ਹੋਮ ਮਿਨਿਸਟਰ ਸਾਹਿਬ ਨੇ, ਸਾਰਿਆਂ ਨੇ ਰਲ ਕੇ ਕੀ ਉਹਦਾ ਇੱਕ ਹੱਲ ਲੱਭ ਨਹੀਂ ਦਿੱਤਾ? ਤੇ ਮੇਰਾ ਆਪਣਾ ਖਿਆਲ ਹੈ ਕਿ ਉਹ ਪ੍ਰੋਬਲਮ ਇਹਨਾਂ ਨੇ ਹੱਲ ਲੱਭ ਕੇ ਡਾਇਲੂਟ ਕਰ ਦਿੱਤੀ। ਉਸੇ ਤਰ੍ਹਾਂ ਮੇਰਾ ਆਪਣਾ ਖਿਆਲ ਹੈ ਕਿ ਪੰਜਾਬ ਦੀਆਂ ਵੀ ਜਿਹੜੀਆਂ ਪ੍ਰੋਬਲਮ ਨੇ, ਭਾਵੇਂ ਉਹ ਡਰੱਗ ਪ੍ਰੋਬਲਮ ਹੈ, ਭਾਵੇਂ ਨਾਰਕੋ ਟੈਰਰਿਜ਼ਮ ਹੈ, ਭਾਵੇਂ ਕਰਪਸ਼ਨ ਹੈ, ਭਾਵੇਂ ਐਡਮਿਨਿਸਟ੍ਰੇਟਿਵ ਐਂਡ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੈ, ਇਹ ਜ਼ਰੂਰੀ ਹੈ ਕਿ ਅਸੀਂ ਸਾਰੀ ਚੀਜ਼ ਨੂੰ ਰੇਲ ਦੇ ਉੱਤੇ ਲਿਆਈਏ ਔਰ ਇਹਨੂੰ ਫੇਰ ਮੂਵਮੈਂਟ ਦਈਏ। ਉਹਦੇ ਲਈ ਸਾਨੂੰ, ਮੇਰਾ ਆਪਣਾ ਖਿਆਲ ਹੈ ਕਿ ਤੁਸੀਂ ਸਾਰਾ ਕੁਛ ਟਰਾਈ ਕਰ ਲਿਆ ਤੇ ਇੱਕ ਵਾਰੀ ਬੀਜੇਪੀ ਨੂੰ ਵੀ ਟਰਾਈ ਕਰਨ 'ਚ ਕੋਈ ਹਰਜ ਨਹੀਂ ਹੈ। ਤੁਸੀਂ, ਬੀਜੇਪੀ ਆਪਣਾ ਫੁੱਟਪ੍ਰਿੰਟ, ਪੋਲੀਟੀਕਲ ਫੁੱਟਪ੍ਰਿੰਟ ਵਧਾ ਰਹੀ ਹੈ, ਐਕਸਪੈਂਡ ਕਰ ਰਹੀ, ਕਿਉਂਕਿ ਉਹ ਐਤਕੀ 23-24 ਸੀਟਾਂ ਦੇ ਉੱਤੇ ਲਿਮਿਟਡ ਨਹੀਂ ਹੈ, ਵੱਧ ਰਹੇ ਆ। ਤਾਂ ਮੇਰਾ ਆਪਣਾ ਖਿਆਲ ਹੈ ਕਿ ਜੇ ਬੀਜੇਪੀ ਪਾਵਰ 'ਚ ਆਉਂਦੀ ਹੈ ਤੇ ਡੈਫੀਨੇਟਲੀ ਕਿਸਾਨੀ ਦੇ ਲਈ, ਇੰਡਸਟਰੀ ਦੇ ਲਈ, ਬੇਸਿਕ ਇਨਫਰਾਸਟਰਕਚਰ ਲਈ, ਹੈਲਥ ਲਈ, ਐਜੂਕੇਸ਼ਨ ਲਈ, ਈਵਨ ਸਪੋਰਟਸ ਲਈ ਤੁਸੀਂ, ਸਾਨੂੰ ਬਹੁਤ ਕੁਛ ਕਰਨਾ ਹੈ। ਪੰਜਾਬ ਦੀ ਨੌਜਵਾਨੀ ਜਿਹੜੀ ਅੱਜ ਡਰੱਗਸ ਦੇ ਵਿੱਚ ਰੁਲਦੀ ਪਈ ਹੈ ਜਾਂ ਬਾਹਰ ਦੇ ਮੁਲਕਾਂ 'ਚ ਭੱਜ ਰਹੀ ਹੈ, ਸਾਨੂੰ ਇਹਨੂੰ ਇਹੋ ਜਿਹੇ ਹਾਲਾਤ ਬਣਾ ਕੇ ਦੇਣੇ ਪੈਣਗੇ ਕਿ ਜੇ ਇਹ ਇੱਥੇ ਵੀ ਰਹਿਣਾ ਚਾਹੁਣ ਪੰਜਾਬ ਦੇ ਅੰਦਰ, ਤੇ ਇਹਨਾਂ ਨੂੰ ਚੰਗਾ ਰੋਜ਼ਗਾਰ, ਇੱਜ਼ਤ ਦੀ ਰੋਟੀ ਔਰ ਇੱਕ ਬੈਟਰ ਭਵਿੱਖ, ਚੰਗੇਰਾ ਭਵਿੱਖ ਜਿਹੜਾ ਉਹ ਨਜ਼ਰ ਆਵੇ। ਮਤਲਬ ਮੇਰੀ ਆਪਣੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਬੀਜੇਪੀ ਦੇ ਸਰਕਲਸ ਦੇ ਵਿੱਚੋਂ ਇਹ ਮੈਸੇਜ ਦੇ ਸਕੀਏ ਕਿ ਆਓ ਸਾਡੇ ਨਾਲ, ਅਸੀਂ ਤੁਹਾਡਾ ਪੰਜਾਬ ਦਾ ਵਿਕਾਸ ਵੀ ਕਰਾਂਗੇ, ਅਸੀਂ ਤੁਹਾਨੂੰ ਇੰਡੀਵਿਜੂਅਲੀ ਇਨਸਾਫ ਵੀ ਦਵਾਵਾਂਗੇ, ਅਸੀਂ ਤੁਹਾਨੂੰ ਤੁਹਾਡੇ ਹੱਕ ਜਿਹੜੇ ਨੇ
ਰੋਜ਼ੀ ਰੋਟੀ ਦੇ, ਰੋਜ਼ਗਾਰ ਦੇ, ਉਹ ਸਾਰੇ ਮਹਿਫੂਜ਼ ਕਰਾਂਗੇ ਔਰ ਆਉਣ ਵਾਲੇ ਚੰਗੇ ਭਵਿੱਖ ਦਾ ਤੁਹਾਡੇ ਲਈ ਅਸੀਂ ਇੱਕ ਕੋਸ਼ਿਸ਼ ਕਰਕੇ ਤੁਹਾਨੂੰ ਉਹ ਮੁਹੱਈਆ ਕਰਵਾਵਾਂਗੇ। ਲੇਕਿਨ ਵਿਰਕ ਸਾਹਿਬ ਇੱਥੇ ਰੋਕਣਾ ਚਾਹੂੰਗਾ ਤੁਹਾਨੂੰ, ਕਿਉਂਕਿ ਬੀਜੇਪੀ ਦਾ ਜਦੋਂ ਵੀ ਜ਼ਿਕਰ ਆਉਂਦਾ ਹੈ ਨਾ, ਜਦੋਂ ਵੀ ਕਿਹਾ ਜਾਂਦਾ ਹੈ ਕਿ ਬੀਜੇਪੀ ਇੰਡੀਪੈਂਡੈਂਟ ਤੌਰ ਤੇ ਅਗਰ ਸਰਕਾਰ ਬਣਾਊਗੀ ਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਊਗੀ, ਲੇਕਿਨ ਉਹ ਕਹਿੰਦੇ ਨੇ ਕਿ ਜਦੋਂ ਅਕਾਲੀ ਦਲ ਦੇ ਨਾਲ ਬੀਜੇਪੀ ਸੱਤਾ ਦੇ ਵਿੱਚ ਸੀ ਤਾਂ ਕਿਉਂ ਪ੍ਰਯਾਸ ਨਹੀਂ ਕੀਤੇ ਬੀਜੇਪੀ ਨੇ? ਦੇਖੋ, ਜਦੋਂ ਜਿਹੜਾ ਇੰਚਾਰਜ ਹੁੰਦਾ ਨਾ, ਉਹਨੇ ਡਾਇਰੈਕਸ਼ਨ ਦੇਣੀ ਹੁੰਦੀ ਆ ਵੀ ਅਸੀਂ ਕਿੱਧਰ ਜਾਣਾ ਹੈ। ਤੁਹਾਨੂੰ ਪਤਾ ਹੈ ਉਸ ਵੇਲੇ ਦੇ ਜਿਹੜੇ ਬੀਜੇਪੀ ਦੇ ਸਟੇਟ ਮੁਖੀ ਸਨ, ਉਹ ਨਾਲ ਐਡੀਸ਼ਨਲ ਡਿਊਟੀ ਕੀ ਕਰ ਰਹੇ ਸਨ? ਉਹ ਮੁੱਖ ਮੰਤਰੀ ਦੇ ਪ੍ਰਾਈਵੇਟ ਸੈਕਟਰੀ ਵਜੋਂ ਵੀ ਕੰਮ ਕਰ ਰਹੇ ਸਨ ਨਾਲ ਹੀ। ਸੋ ਤੁਸੀਂ ਜਿੱਥੇ ਇੱਕ ਸਟੇਟ ਦਾ ਚੀਫ PS ਬਣ ਕੇ ਕਰ ਰਿਹਾ ਪ੍ਰਾਈਮ ਮਿਨਿਸਟਰ ਨਾਲ, ਉੱਥੇ ਕੀ ਪੋਜੀਸ਼ਨ ਹੋਏਗੀ ਪਾਰਟੀ ਦੀ? ਉਹਨਾਂ ਨੇ ਦੱਸ ਕੇ ਵੀ ਜੀ ਪੰਜਾਬ ਦੇ ਵਿੱਚ ਅੱਤਵਾਦ ਸੀ ਜੀ, ਅਕਾਲੀ ਸਾਰਾ ਕੰਟਰੋਲ ਕਰ ਲੈਣਗੇ ਜੀ, ਤੇ ਇਹਨਾਂ ਨੂੰ ਨਾ ਉਹਦੇ 'ਚ ਐਕਟਿਵਲੀ ਪਾਰਟੀਸਿਪੇਟ ਕਰਨ ਦਾ ਮੌਕਾ ਦਿੱਤਾ, ਨਾ ਕੋਈ ਚੰਗਾ ਰੋਲ ਅਦਾ ਕਰਨ ਦਾ ਮੌਕਾ ਦਿੱਤਾ। ਹਰ ਸਟੇਟ ਦੇ ਵਿੱਚ ਜਿੱਥੇ ਇਹੋ ਜਿਹੇ ਅਲਾਇੰਸ ਸੀ, ਉੱਥੇ ਮੇਨ ਪਾਰਟੀ ਕੋਲ ਚੀਫ ਮਿਨਿਸਟਰ ਦੀ ਪੋਸਟ ਹੁੰਦੀ ਸੀ, ਦੂਜੀ ਪਾਰਟੀ ਕੋਲ ਡਿਪਟੀ ਚੀਫ ਮਿਨਿਸਟਰ ਦੀ ਹੁੰਦੀ ਸੀ। ਪੰਜਾਬ ਦੇ ਵਿੱਚ ਇਹਨਾਂ ਨੇ ਬੀਜੇਪੀ 'ਚੋਂ ਕਦੇ ਡਿਪਟੀ ਚੀਫ ਮਿਨਿਸਟਰ ਨਹੀਂ ਬਣਾਇਆ। ਤੁਸੀਂ ਜਦੋਂ 12 ਦੇ ਵਿੱਚ ਮੇਰਾ ਖਿਆਲ ਹੈ 48 ਸੀਟਾਂ ਜਿੱਤਿਆ ਸੀ ਅਕਾਲੀ ਦਲ, ਤੇ 19 ਸੀਟਾਂ ਜਿੱਤੀ ਸੀ ਬੀਜੇਪੀ 23 ਚੋਂ, ਤੇ ਬੀਜੇਪੀ ਨੂੰ ਫਿਰ ਵੀ ਡਿਪਟੀ ਚੀਫ ਮਿਨਿਸਟਰ ਦੀ ਪੋਸਟ ਨਹੀਂ ਦਿੱਤੀ ਗਈ। ਕਿਉਂ? ਹਮ ਨਹੀਂ ਦੇਂਗੇ। ਤੁਸੀਂ ਜਿਹੜਾ ਰੋਲ ਸੀ ਅਕਾਲੀ ਦਲ ਦਾ ਵੀ ਨਹੀਂ, ਅਸੀਂ ਡੋਮੀਨੈਂਟ ਪਾਰਟੀ ਹਾਂ, ਅਸੀਂ ਕੋਈ ਪਾਵਰ ਸ਼ੇਅਰ ਨਹੀਂ ਕਰਾਂਗੇ। ਤੁਸੀਂ ਆ ਸਿਰਫ ਓਨਾ ਕੁ ਆਪਣਾ ਉੱਥੇ ਦਿੱਲੀ ਦਰਬਾਰ ਦੇ ਵਿੱਚ ਆਪਣੀ ਪਹੁੰਚ ਤੇ ਪੁੱਛਗਿੱਛ ਬਣਾਉਣ ਲਈ ਓਨਾ ਕੁ ਕਰਦੇ ਹੁੰਦੇ ਸੀ। ਅਦਰਵਾਈਜ਼ ਬੀਜੇਪੀ ਨੂੰ ਐਡਮਿਨਿਸਟ੍ਰੇਟਿਵ ਰੋਲ ਜਿਹੜਾ ਹੈ ਉਹ ਬੜਾ ਘੱਟ ਦਿੱਤਾ ਹੋਇਆ ਸੀ। ਮਤਲਬ ਬੀਜੇਪੀ ਨੂੰ ਮਹਿਕਮੇ ਵੀ ਛੋਟੇ ਦਿੱਤੇ ਸੀ ਔਰ ਇਹਨਾਂ ਨੂੰ ਕੋਈ ਬਹੁਤਾ ਇੰਪੋਰਟੈਂਸ ਨਹੀਂ ਸੀ ਦਿੱਤੀ ਗਈ। ਤੇ ਹੁਣ ਮੇਰਾ ਖਿਆਲ ਹੈ ਬੀਜੇਪੀ ਜੇ ਆਪਣੇ ਸਿਰ ਤੇ ਚੱਲੇਗੀ ਤੇ ਆਉਣ ਵਾਲੇ ਵਕਤ ਦੇ ਵਿੱਚ ਡੈਫੀਨੇਟਲੀ ਬੀਜੇਪੀ ਚੰਗੇ ਰੋਲ ਦੇ ਵਿੱਚ ਐਮਰਜ ਕਰੇਗੀ। ਚਲੋ ਆਪਾਂ ਵੀ ਵਾਈਂਡ ਅਪ ਦੀ ਤਰਫ ਵਧਦੇ ਹਾਂ, ਲੇਕਿਨ ਇਸ ਦੇ ਵਿੱਚ ਇੱਕ ਸਵਾਲ ਕਰਨਾ ਚਾਹੂੰਗਾ, ਕਿਉਂਕਿ ਕਈ ਵਾਰ ਨਾ ਅੰਦੋਲਨ ਦੇ ਵਿੱਚ ਵੇਖਣ ਨੂੰ ਮਿਲਦਾ, ਦਿੱਲੀ ਦੇ ਵਿੱਚ ਅੰਦੋਲਨ ਹੋਏ ਸੀ, ਹੋਰ ਕਈ ਅੰਦੋਲਨ ਹੋਏ, ਉਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ RSS ਔਰ ਬੀਜੇਪੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਹਿੰਦੂਤਵ ਨੂੰ ਪ੍ਰਮੋਟ ਕਰਦੀ ਹੈ। ਕਹਿੰਦੇ ਆਹ ਵਿਚਾਰਧਾਰਾ ਜਿਹੜੇ ਘੱਟ ਗਿਣਤੀ ਵਾਲੇ ਵਰਗ ਨੇ, ਮਾਈਨੋਰਿਟੀ ਲਈ ਕਹਿੰਦੇ ਖਤਰਾ ਵੀ ਹੈ। ਇਸ ਤਰ੍ਹਾਂ ਦੀ ਕੁਝ ਗੱਲਾਂ ਵੀ ਨਿਕਲ ਕੇ ਕਈ ਵਾਰ ਸਾਹਮਣੇ ਆਉਂਦੀਆਂ ਨੇ। ਤੁਹਾਡਾ ਕੀ ਵਿਚਾਰ ਹੈ ਇਸ ਨੂੰ ਲੈ ਕੇ? ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਛੋਟਾ ਜਿਹਾ। ਤੁਸੀਂ 10ਵੇਂ ਪਾਤਸ਼ਾਹ ਨੇ ਖਾਲਸਾ ਦੀ ਸਥਾਪਨਾ ਕਿਹੜੇ ਸਾਲ ਕੀਤੀ? 1699 ਵਿੱਚ ਕੀਤੀ, ਵਿਸਾਖੀ ਵਾਲੇ ਦਿਨ। ਉਹ ਕਿਉਂ ਕੀਤੀ? ਕਿਹਦੀ ਰਾਖੀ ਲਈ ਕੀਤੀ? ਕਿਹਨੂੰ ਤਸ਼ੱਦਦ ਤੋਂ ਬਚਾਉਣ ਲਈ, ਕਿਹਨੂੰ ਮੁਸ਼ਕਿਲਾਂ ਚੋਂ ਕੱਢਣ ਲਈ ਕੀਤੀ? ਕਿਹੜੇ ਧਰਮ ਨੂੰ? ਮੈਂ ਤੁਹਾਡੇ ਤੋਂ ਜਵਾਬ ਮੰਗਦਾ ਜਾਂ ਤੁਹਾਡੇ ਦਰਸ਼ਕਾਂ ਤੋਂ। ਤੁਸੀਂ ਹਿੰਦੂ ਧਰਮ ਨੂੰ ਬਚਾਉਣ ਲਈ ਕੀਤਾ ਸੀ ਨਾ ਸਾਰਾ ਕੁਝ। ਤੇ ਅੱਜ ਜਿਹੜੇ ਧਰਮ ਨੂੰ ਸਾਡੇ 10ਵੇਂ ਪਾਤਸ਼ਾਹ ਨੇ ਖਾਲਸਾ ਕ੍ਰੀਏਟ ਕਰਕੇ ਆਪਣੇ ਚਾਰੋਂ ਬੱਚੇ ਸ਼ਹੀਦ ਕਰਵਾ ਕੇ, ਆਪਣੇ ਫਾਦਰ ਨੂੰ ਸ਼ਹੀਦ ਕਰਵਾ ਕੇ, ਆਪਣੀ ਮਾਤਾ ਨੂੰ ਟੌਰਚਰ ਕਰਵਾ ਕੇ, ਉਹ ਸਾਰਾ ਕੁਝ ਕਰਕੇ ਤੇ ਉਹਨਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਸਾਰਾ ਕੁਝ ਕੀਤਾ ਸੀ। ਤੇ ਅੱਜ ਸਾਨੂੰ ਇੰਨੇ ਸ਼ੱਕ ਪੈਣ ਲੱਗ ਪਏ ਵੀ ਹਿੰਦੂਤਵਵਾਦੀ ਪਾਰਟੀ ਆ ਉਹ ਵੱਖਰੀ ਚੱਲੇ, ਉਹਨਾਂ ਦਾ ਏਜੰਡਾ ਵੱਖਰਾ ਹੈ। ਨੋ, ਤੁਸੀਂ ਤੁਹਾਡਾ ਜੜ ਇੱਕ ਹੈ। ਤੁਸੀਂ ਰਾਮ ਸ਼ਬਦ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ 'ਚ ਕਿੰਨੀ ਵਾਰੀ ਆਉਂਦਾ ਦੇਖੋ ਤਾਂ ਸਹੀ। ਤੁਹਾਡਾ ਜਿਹੜਾ ਨਾ ਪਿਛੋਕੜ ਇੱਕ ਹੈ, ਤੁਹਾਡੇ ਰੂਟਸ ਇੱਕ ਨੇ, ਉਹਨੂੰ ਤੁਸੀਂ ਵਗਦੀ ਹਵਾ, ਕਿਉਂਕਿ ਉਹਦੇ ਹਰ ਧਰਮ ਦੇ ਅੰਦਰ ਕੁਝ ਮੂਵਮੈਂਟ ਚੱਲ ਪੈਂਦੀਆਂ ਜਿਹੜੀਆਂ ਵੱਖਰਾ ਟਰਨ ਦੇ ਦਿੰਦੀਆਂ। ਉਹ ਹਿੰਦੂ ਧਰਮ 'ਚ ਵੀ ਚੱਲੀਆਂ, ਸਿੱਖ ਧਰਮ 'ਚ ਵੀ ਚੱਲੀਆਂ, ਪਰ ਇਹਦਾ ਜੇਕਰ ਤੁਸੀਂ ਆਪ ਇੰਪਾਰਸ਼ਲ ਹੋ ਕੇ ਦੇਖੋਗੇ ਤੇ ਤੁਹਾਨੂੰ ਸਾਰਾ ਕੁਝ ਸਾਂਝਾ ਨਜ਼ਰ ਆਵੇਗਾ। ਮੈਂ ਬਚਪਨ ਦੇ ਵਿੱਚ
ਹੁਣ ਵੀ ਤੁਸੀਂ ਜੇ ਬੰਗਲਾ ਸਾਹਿਬ ਜਾਓ ਦਿੱਲੀ, ਤੁਸੀਂ ਦੇਖੋਗੇ ਜਿੰਨੇ ਉੱਥੇ ਹਿੰਦੂ ਮੱਥਾ ਟੇਕਣ ਆਉਂਦੇ ਆ, ਸ਼ਾਇਦ ਉਹਨਾਂ ਦਾ ਨੰਬਰ ਸਿੱਖਾਂ ਨਾਲੋਂ ਜ਼ਿਆਦਾ ਹੈ। ਮੈਂ ਬਚਪਨ ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਜਾਂਦਾ ਸੀ, ਮੈਨੂੰ ਉਦੋਂ ਯਾਦ ਹੈ ਵੀ ਜਿਹੜੇ ਹਿੰਦੂ ਉੱਥੇ ਮੱਥਾ ਟੇਕਣ ਆਉਂਦੇ ਹੁੰਦੇ ਸੀ, ਉਹਨਾਂ ਦੀ ਗਿਣਤੀ ਸਿੱਖਾਂ ਨਾਲੋਂ ਕਿਤੇ ਵੱਧ ਸੀ। ਤੁਸੀਂ ਸਮੇਂ ਦੇ ਨਾਲ ਅਸੀਂ ਆਪਣੇ ਸਮਾਜ ਨੂੰ ਵੰਡਣ ਦਾ ਕੰਮ ਕੀਤਾ ਹੈ, ਭਾਵੇਂ ਉਹਨੂੰ ਪੋਲੀਟੀਕਲ ਕਾਰਨਾਂ ਕਰਕੇ, ਭਾਵੇਂ ਆਰਥਿਕ ਕਾਰਨਾਂ ਕਰਕੇ, ਭਾਵੇਂ ਕੋਈ ਹੋਰ ਕਾਰਨਾਂ ਕਰਕੇ। ਤੇ ਉਹਦੇ 'ਚ ਮੇਰਾ ਆਪਣਾ ਖਿਆਲ ਹੈ ਕਿ ਸਮਾਜ ਦੀ ਵੰਡ ਸਾਨੂੰ ਰੋਕਣੀ ਪਏਗੀ। ਸਾਨੂੰ ਆਪਣੇ ਸਾਂਝੇ ਸਮਾਜ ਨੂੰ, ਸਾਂਝੇ ਪੰਜਾਬ ਨੂੰ ਬਚਾ ਕੇ ਵਿਕਾਸ ਵੱਲ ਲੈ ਕੇ ਜਾਣਾ ਚਾਹੀਦਾ ਹੈ। ਔਰ ਦੇਖੋ, ਜਿਹੜੀਆਂ ਡਿਵਾਈਸਿਵ ਫੋਰਸਿਸ ਹੁੰਦੀਆਂ ਨੇ ਨਾ, ਇਹ ਹਰ ਸਮਾਜ ਦੇ ਵਿੱਚ ਹੁੰਦੀਆਂ। ਤੁਹਾਨੂੰ ਉਹਨਾਂ ਨੂੰ ਇਗਨੋਰ ਕਰਨਾ ਪਏਗਾ, ਨੈਗਲੈਕਟ ਕਰਨਾ ਪਏਗਾ, ਡਿਸਕਾਰਡ ਕਰਨਾ ਪਏਗਾ, ਔਰ ਤੁਹਾਨੂੰ ਇੱਕ ਚੰਗੇ ਰਸਤੇ ਨੂੰ ਚੁਣਨਾ ਪਏਗਾ ਜਿਹਦੇ ਉੱਤੇ ਤੁਸੀਂ ਆਪਣੇ ਸਮਾਜ ਨੂੰ ਲਿਜਾ ਸਕੋ। ਯਾਨੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਖਰੀ ਸਵਾਲ ਲੈਣਾ ਚਾਹੂੰਗਾ ਤੁਹਾਡੇ ਤੋਂ ਕਿ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹੀਏ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਅਗਰ ਸੱਤਾ ਦੇ ਵਿੱਚ ਆਂਦੀ ਹੈ ਤੇ 84 ਕਤਲੇਆਮ ਦਾ ਇਨਸਾਫ ਹੁੰਦਾ ਨਜ਼ਰ ਆਊਗਾ। ਪੰਜਾਬ ਨਾਲ ਜਿਹੜਾ ਹਜੇ ਤੱਕ ਵਿਤਕਰਾ ਹੋਇਆ ਬਾਰਡਰ ਸਟੇਟ ਹੋਣ ਦੇ ਬਾਵਜੂਦ ਵੀ ਇਸ ਨੂੰ ਆਰਥਿਕ ਪੈਕੇਜ ਨਹੀਂ ਮਿਲੇ, ਉਹ ਪੈਕੇਜ ਜਾਂ ਫਿਰ ਹੋਰ ਜਿਹੜੇ ਵੀ ਪੰਜਾਬ ਨੂੰ ਮੁਸ਼ਕਿਲਾਂ, ਉਸ ਦਾ ਹੱਲ ਹੋ ਪਾਊਗਾ? ਦੇਖੋ, ਮੈਨੂੰ ਯਕੀਨ ਹੈ ਕਿ ਅਸੀਂ ਬਹੁਤ ਮੁਸ਼ਕਿਲਾਂ ਦੇ ਹੱਲ ਲੱਭ ਲਵਾਂਗੇ ਰਲ ਕੇ ਸਾਰੇ, ਜਿਹਦੇ ਅੰਦਰ ਸਭ ਦੀ ਮਦਦ ਲੈ ਕੇ, ਸਭ ਦੇ ਸਾਂਝੇ ਥਾਟਸ ਇਕੱਠੀਆਂ ਕਰਕੇ, ਤੇ ਅਸੀਂ ਸੈਂਟਰ ਤੋਂ ਮੰਗ ਕਰਾਂਗੇ ਔਰ ਸਾਨੂੰ ਮਿਲੇਗਾ। ਮੈਨੂੰ ਵਿਸ਼ਵਾਸ ਹੈ ਸਾਨੂੰ ਮਿਲੇਗਾ ਕਿ ਅਸੀਂ ਪੰਜਾਬ ਦੇ ਲਈ ਕੁਝ ਨਾ ਕੁਝ ਕਰਨ ਵਿੱਚ ਪੱਕਾ ਸਫਲ ਹੋਵਾਂਗੇ। ਤੁਸੀਂ ਜੇ ਦੇਖੋਗੇ ਨਾ, ਤੇ ਪੰਜਾਬ ਦੇ ਹਾਲਾਤ ਠੀਕ ਨਹੀਂ ਹੈ। ਜੇਕਰ ਸਾਨੂੰ ਇਕਨੋਮਿਕ ਪੈਕੇਜ ਮਿਲ ਜਾਂਦਾ ਹੈ, ਸਾਨੂੰ ਟ੍ਰੇਡ ਐਂਡ ਕਮਰਸ ਦੇ ਵਿੱਚ ਮਿਲ ਜਾਂਦਾ, ਸਾਨੂੰ ਐਜੂਕੇਸ਼ਨ ਔਰ ਹੈਲਥ ਦੇ ਵਿੱਚ ਫੈਸਿਲਿਟੀਜ਼ ਮਿਲ ਜਾਂਦੀਆਂ, ਸਾਡੀਆਂ ਸੜਕਾਂ ਚੰਗੀਆਂ ਬਣ ਜਾਂਦੀਆਂ, ਸਾਨੂੰ ਕੋਈ ਫ੍ਰੀ ਇਨਵੈਸਟਮੈਂਟ ਜ਼ੋਨ ਮਿਲ ਜਾਂਦਾ ਹੈ, ਤੇ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਦੀ ਇਕੋਨੋਮੀ ਨੂੰ ਰੀਜਨਰੇਟ ਕਰਨ ਲਈ, ਔਰ ਇੱਥੋਂ ਦਾ ਜਿਹੜਾ ਨੌਜਵਾਨ ਤਬਕਾ ਜਿਹੜਾ ਅੱਜ ਜਿਹਨੂੰ ਸੁਪਨੇ ਨਹੀਂ ਦਿਸ ਰਹੇ, ਜਿਹੜਾ ਅੱਜ ਆਪਣੇ ਸੁਪਨੇ ਦੇਖਦਾ ਹੋਇਆ ਬਾਹਰ ਜਾਣ ਦਾ ਰਸਤਾ ਲੱਭ ਰਿਹਾ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹਨੂੰ ਇੱਥੇ ਕੋਈ ਜਗ੍ਹਾ ਦੇ ਸਕਦੇ ਹਾਂ ਜਾਂ ਨਹੀਂ। ਔਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦੇਣ ਵਿੱਚ ਕਾਮਯਾਬ ਹੋਵਾਂਗੇ। ਇਹ ਤਾਂ ਹੀ ਮੁਮਕਿਨ ਹੋ ਪਾਊਗਾ ਜੇਕਰ ਸੈਂਟਰ ਗੌਰਮੈਂਟ ਪੰਜਾਬ ਦੀ ਤਰਫ ਹਲੀਮੀ ਨਾਲ ਵੇਖੇ। ਦੇਖੋ, ਇੱਦਾਂ ਹੈ, ਜਦੋਂ ਵੀ ਤੁਸੀਂ ਜਾ ਕੇ ਕੋਈ ਮੰਗ ਕਰਦੇ ਹੋ, ਤੁਸੀਂ ਕੋਈ ਉੱਥੇ ਜੰਗ ਲੜਨ ਥੋੜ੍ਹੀ ਜਾ ਰਹੇ ਹੋ। ਤੁਸੀਂ ਆਪਣੇ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਲਈ, ਉਹਨਾਂ ਦਾ ਹੱਕ ਉਹਨਾਂ ਨੂੰ ਦਿਵਾਉਣ ਲਈ ਜਾ ਕੇ ਜੇਕਰ ਮੰਗ ਕਰਦੇ ਹੋ, ਤੇ ਕੋਈ ਵੀ ਤੁਹਾਨੂੰ ਬੁਰੀ ਤਰ੍ਹਾਂ ਟਰੀਟ ਨਹੀਂ ਕਰੇਗਾ। ਤੁਸੀਂ ਝਗੜਨ ਨਹੀਂ ਜਾਣਾ, ਤੁਸੀਂ ਉੱਥੇ ਦੱਸ ਕੇ, ਆਪਣੀ ਸਿਚੁਏਸ਼ਨ ਦੱਸ ਕੇ, ਕਈ ਵਾਰੀ ਪੈਕੇਜਿਸ ਮੰਗਣੇ ਪੈਂਦੇ ਆ ਔਰ ਪੈਕੇਜਿਸ ਦਿੱਤੇ ਜਾਂਦੇ ਆ। ਮਤਲਬ ਕਈ ਸਟੇਟਸ ਤੁਸੀਂ ਦੇਖੋਗੇ, ਉਹਨਾਂ ਨੇ ਇਸ ਤਰ੍ਹਾਂ ਇਕਨੋਮਿਕ ਪੈਕੇਜਿਸ ਲੈ ਕੇ ਆਪਣੀ ਉਹਨੂੰ ਰੀਜਨਰੇਟ ਕੀਤਾ ਹੈ, ਔਰ ਮੈਨੀ ਆਫ ਦੋਜ਼ ਸਟੇਟਸ ਆਰ ਡੂਇੰਗ ਵੈਰੀ ਵੈਲ। ਤੁਹਾਡੇ ਕੋਲ ਗੁਜਰਾਤ ਮਾਡਲ ਹੈ, ਤੁਹਾਡੇ ਕੋਲ ਕਰਨਾਟਕਾ ਹੈ, ਇਹਨਾਂ ਸਟੇਟਸ ਨੇ ਬੜਾ, ਮਹਾਰਾਸ਼ਟਰ ਹੈ, ਇਹਨਾਂ ਨੇ ਬੜਾ ਅੱਛਾ ਆਪਣੇ ਆਪ ਨੂੰ ਰੀਜਨਰੇਟ ਕਰਕੇ, ਆਪਣੇ ਰਿਸੋਰਸਿਸ ਆਪ ਪੈਦਾ ਕਰਕੇ, ਬਾਅਦ ਦੇ ਵਿੱਚ ਬੜਾ ਅੱਛਾ ਸਿਸਟਮ ਬਣਾ ਲਿਆ। ਤੇ ਮੈਨੂੰ ਇਹ ਯਕੀਨ ਹੈ ਕਿ ਪੰਜਾਬ ਵਿੱਚ ਵੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਧੰਨਵਾਦ ਸਰ, ਸਾਡੇ ਨਾਲ ਗੱਲਬਾਤ ਕਰਨ ਲਈ। ਵੈਲਕਮ। ਬਿਲਕੁਲ, ਦੇਖੋ, ਐਸੀ ਪੰਜਾਬ ਦੇ ਰਿਟਾਇਰਡ ਡੀਜੀਪੀ SS ਵਿਰਕ ਸਾਹਿਬ, ਜਿਨ੍ਹਾਂ ਦਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿਣਾ ਹੈ ਕਿ ਫਿਲਹਾਲ ਬੀਜੇਪੀ ਦਾ ਹਿੱਸਾ ਹੋ ਚੁੱਕੇ ਨੇ, ਇਲੈਕਟਰਲ ਪੋਲਿਟਿਕਸ ਤੋਂ ਬਾਹਰ ਰਹਿਣਗੇ। ਲੇਕਿਨ ਇਹਨਾਂ ਨੇ ਆ ਵੀ ਦੱਸਿਆ ਕਿ ਪੰਜਾਬ ਦੇ ਇਸ ਵੇਲੇ ਹਾਲਾਤ ਕੀ ਨੇ ਔਰ ਇਨ ਹਾਲਾਤਾਂ ਤੋਂ ਪੰਜਾਬ ਨੂੰ ਕਿਸ ਢੰਗ ਦੇ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨਿਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ। ਅਲੀਸ਼ਾ ਬੇਗਮ, ਨਾ ਕੋਈ ਚੁਣੌਤੀ ਨਾ ਕੋਈ ਇਨਾਮ, ਸਿਰਫ ਕੰਮ ਨੂੰ ਸਲਾਮ। ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ, ਪਿਆਰ ਵਿੱਚ ਧੋਖਾ, ਵਿਆਹ ਲਈ ਮਾਂ-ਬਾਪ ਦਾ ਨਾ ਮੰਨਣਾ, ਕੰਮ ਉਹੀ ਜੋ ਸਿਰ ਚੜ ਕੇ ਬੋਲੇ, ਇੱਧਰ ਉੱਧਰ ਨਾ ਭਟਕੋ, ਦੁਆ ਵੀ ਤਕਦੀਰ ਬਦਲ ਸਕਦੀ ਹੈ। ਸੋਚਣ ਨਾਲ ਨਹੀਂ, ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ। ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ। ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ ਹੈ। ਜੇ ਤੁਹਾਡੀ ਕਿਸਮਤ 'ਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਸੁਪਰ ਸਪੈਸ਼ਲਿਸਟ, ਪਤੀ ਅਤੇ ਪਤਨੀ ਵਿਚਕਾਰ ਦਰਾਰ, ਪ੍ਰੇਮ ਵਿਆਹ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਅਦਾਲਤੀ ਕੇਸ, ਤਲਾਕ ਦਾ ਕੇਸ, ਸੌਂਕਣ, ਦੁਸ਼ਮਣ ਤੋਂ ਛੁਟਕਾਰਾ ਪਾਓ, ਲੋਟਰੀ, ਸੱਟਾ ਨੰਬਰ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਬਿਮਾਰੀ 'ਚ ਦਵਾਈ ਦਾ ਨਾ ਲੱਗਣਾ। ਅਲੀਸ਼ਾ ਬੇਗਮ।
ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚ ਅਣਬਣ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467